the content ਜਿਹੜਾ ਜਪਜੀ ਦਾ ਹੈ which focuses on ਕਿ ਜਿਹੜਾ ਰੀਅਲ ਪਰਪਸ ਹੈ ਹਿਊਮਨ ਲਾਈਫ ਦਾ ਇੱਥੇ ਆਉਣ ਦਾ ਉਹ ਪਰਪਸ ਜਿਹੜਾ ਪੂਰਾ ਹੋ ਸਕੇ ਕਿਸੇ ਵੀ ਤਰੀਕੇ ਨਾਲ ਉਹਦੀ ਸਾਰੀ ਜਿਹੜੀ ਉਹਦੀ ਮਸਾਲਾ ਜਿਹੜਾ ਪੂਰਾ ਜਿਹੜਾ ਤਿਆਰ ਕੀਤਾ ਗਿਆ ਕਿ this is what you need to really to be successful in this life, you know. So to reiterate that fact again, you know, ਕਿ ਪੂਰਨ ਗੁਰੂ ਪਾਣੀ ਪਿਤਾ ਦੇ ਆਧਾਰ ਦੇ ਉੱਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਦੋ ਚੀਜ਼ਾਂ ਜਿਹੜੀਆਂ ਕ੍ਰਿਟੀਕਲ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਮੈਂ ਇੱਥੇ ਲਿਖ ਦਿਆਂ ਇੱਥੇ ਦੁਬਾਰਾ ਇੱਕ ਤੇ ਹੈ ਜਿਹੜੀ ਕਿ ਹੈਲਪ ਜਿਹੜੀਆਂ ਚੀਜ਼ਾਂ ਕਰਦੀਆਂ ਹਨ ਜਿਹੜੀਆਂ ਪਰਮਾਤਮਾ ਤੱਕ ਪਹੁੰਚਣ ਦੀਆਂ ਇੱਕ ਸਤਸੰਗਤ ਹੈ ਜਿਹੜੀ ਪ੍ਰੋਬੇਬਲੀ ਦ ਮੋਸਟ ਇੰਪੋਰਟੈਂਟ ਥਿੰਗ ਦੈਟ ਯੂ ਕੈਨ ਸੀਕ ਦੋ ਉਹ ਕਿਉਂਕਿ ਉਹਦੀ ਪ੍ਰਾਪਤੀ ਜੁੜਿਆਂ ਦੇ ਵਿੱਚੋਂ ਹੈ ਯੂ نو ਜੁੜਿਆਂ ਦੀ ਸੰਗਤ ਵਿੱਚੋਂ ਉਹਦੀ ਪ੍ਰਾਪਤੀ ਹੈ ਹੋਰ ਕਿੱਥੋਂ ਪ੍ਰਾਪਤੀ ਨਹੀਂ ਹੈ ਉਸਦੀ ਸੋ ਅਨਫੋਰਚੂਨੇਟਲੀ if you are lacking this aspect in your life though then ਮਨੇ ਗੁਰਦੁਆਰੇ ਆ ਸਕਦੇ ਹੋ ਲੰਗਰ ਖਾ ਸਕਦੇ ਹੋ ਕੀਰਤਨ ਸੁਣ ਸਕਦੇ ਹੋ ਕੀਰਤਨ ਸਿੱਖ ਵੀ ਸਕਦੇ ਹੋ ਲੇਕਿਨ ਪਰਮਾਤਮਾ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਜਦ ਤੱਕ ਇਹ ਐਸਪੈਕਟ ਨਾ ਹੋਵੇ ਲਾਈਫ ਵਿੱਚ Can you make somebody else the co-host me or somebody though, so that they can I know Bharaj probably not there because he's in India. See if you can though because then when you're gone then if somebody speaks up then it'll be fine. Okay. Just let her know, text her or something and let her know that. Okay. So this aspect is very, very critical, Avala, because I cannot underemphasize this thing though. I don't care what you do though, because a aspect agar nahi hai to bahut mushkil hai kisi waste. Now, if your goal is not to get there, then it's okay. If the goal is just to show up on a Sunday Gurdwara, listen to a little bit of Kirtan, have some social time here and have langar and listen to some katha and go home and then do the same exact thing for the next 80 years, you know, then that's okay. But if the goal is ਪ੍ਰਭੂ ਮਿਲਾਪ ਦਾ ਅਗਰ ਗੋਲ ਹੈ ਪਰਮਾਤਮਾ ਮਿਲਣ ਦਾ ਗੋਲ ਹੈ ਅਗਰ ਤੇ ਇਹ ਐਸਪੈਕਟ ਇਹ ਬਹੁਤ ਅਨਿਵਾਰਿਆ ਹੈ ਮਤਲਬ ਕਿ ਉਹਦੀ ਕੋਈ ਚਾਰਾ ਨਹੀਂ ਹੈ ਤੁਹਾਨੂੰ ਕੋਈ ਇੱਥੇ now you can get connected with the ਜੁੜਿਆਂ ਦੀ ਸੰਗਤ ਨਾਲ in several ways you can connect it live you can if you are fortunate to have such friends though or such you know ਤੁਹਾਡੀ ਕੰਪਨੀ ਹੋ ਜੀ ਹੋਵੇ ਨਹੀਂ ਤੇ ਤੁਸੀਂ ਫਿਰ ਕਿਸੇ ਨੂੰ ਸੁਣਨਾ ਪਏਗਾ ਕਿਸੇ ਨੂੰ ਜਾਂ ਪੜ੍ਹਨਾ ਪਏਗਾ you know whatever it is you have to do though to make sure that you get this and ਦੂਸਰੀ ਗੱਲ ਇਹ ਹੈ ਕਿ ਇੱਥੇ ਰੈਗੂਲਰ ਬੇਸਿਸ ਤੇ ਚਾਹੀਦਾ ਹੈ ਕੰਟੀਨਿਊਅਸ because ਇਹ ਕੰਟੀਨਿਊਅਸ ਨਹੀਂ ਹੈ ਤਾਂ ਕੋਈ ਫਾਇਦਾ ਨਹੀਂ ਉਹਦਾ so you cannot be like doing it for 1 week and then disappear for the next 3 weeks and ਫਿਰ ਕੋਈ ਉਹਦਾ ਕੋਈ ਅਸਰ ਨਹੀਂ ਹੈ ਉਹਦਾ ਕੋਈ and in regular life also you cannot say to your boss I'm going to show up for work for whole week then I'm gone for the next 2 weeks then I'll show up again when I want to for a few weeks and then I'll be gone whenever you know then I'll show up whenever I want to show up you know because normally spiritual reason was when nothing else is going on then we show up ਮੈਂ ਹੈਰਾਨ ਰਹਿ ਜਾਂਦਾ ਕਈ ਵਾਰੀ ਮੈਂ ਲੋਕਾਂ ਨੂੰ ਕਹਿੰਦਾ ਕੀਰਤਨ ਵਰਕਸ਼ਾਪ ਹੋ ਰਹੀ ਹੈ ਕਿ ਸਿੱਖ ਲਓ ਉਹਨੇ ਟਾਈਮ ਨਹੀਂ ਹੈ ਕਿਉਂ ਇਹ ਹੋ ਰਿਹਾ ਅੱਛਾ ਤੇ ਜੇ ਉਹ ਨਾ ਹੋ ਰਿਹਾ ਹੁੰਦਾ ਫਿਰ ਨਹੀਂ ਉਹ ਕਰਨਾ ਹੀ ਕਰਨਾ ਅਸੀਂ ਇਹ ਕਰੋ ਨਾ ਕਰੋ ਇਹਦੀ ਤਾਂ ਕੋਈ ਵੈਲਿਊ ਨਹੀਂ ਇਹਦੀ ਖਾਸ ਲੇਕਿਨ ਉਹ ਅਸੀਂ ਜਿਹੜੀਆਂ ਉਹ ਨਹੀਂ ਅਸੀਂ ਉਹ ਅਸੀਂ ਕਰਨਾ ਹੀ ਕਰਨਾ ਅਸੀਂ ਉਹ ਚਾਹੇ ਵਰਕ ਰਿਲੇਟਡ ਹੋਏ ਚਾਹੇ ਨਾਨ ਵਰਕ ਰਿਲੇਟਡ ਹੋਏ ਮਨੇ ਐਵਰੀਥਿੰਗ ਐਲਸ ਗੁਰੂ ਦੇ ਕੰਮ ਹੋ ਜ਼ਰੂਰ ਐਂਡ ਦ ਰੀਜ਼ਨ ਵੀ ਕੈਨ ਡੂ ਦੈਟ ਇਜ਼ ਪਤਾ ਇੱਥੇ ਕਿਉਂਕਿ ਇੱਥੇ ਤਾਂ ਵੀ ਖਾਣਾ ਪੀਣਾ ਉਹਨੇ ਬੰਦ ਤੇ ਕਰਨਾ ਨਹੀਂ ਸਾਡਾ ਉਹ ਗੱਲ ਹੋਰ ਹੈ ਲੇਕਿਨ ਪ੍ਰਭੂ ਮਿਲਾਪ ਨਹੀਂ ਹੈ ਉੱਥੇ ਐਂਡ ਬਿਲੀਵ ਮੀ ਜਿਸ ਦਿਨ ਜਾਓਗੇ ਤੁਸੀਂ ਇੱਥੋਂ ਸਾਰਿਆਂ ਨੇ ਜਾਣਾ ਇੱਕ ਦਿਨ ਉਹ ਲਾਸਟ ਦਿਨ ਜਾਂ ਉਹਨਾਂ ਦਿਨਾਂ 'ਚ ਉਸ ਗੱਲ ਦਾ ਪਛਤਾਵਾ ਬਹੁਤ ਵੱਡਾ ਅੰਦਰ ਪੈਦਾ ਹੁੰਦਾ ਹੈ ਕਿ ਮੈਂ ਕੁਝ ਕਰ ਲੈਂਦਾ ਸੋ ਆਈ ਕੈਨੋਟ ਕੰਟੀਨਿਊਟੀ ਬਹੁਤ ਕ੍ਰਿਟੀਕਲ ਹੈ ਜਪਜੀ ਦੇ ਹਿਸਾਬ ਦੇ ਨਾਲ ਔਰ ਇਹ ਸਤਸੰਗਤ ਜਿਹੜੀ ਹੈ ਇਹ ਗੁਰੂ ਓਰੀਐਂਟਡ ਸੰਗਤ ਹੈ ਔਰ ਇਹ ਗੁਰੂ ਆਬਵੀਅਸਲੀ ਇਜ਼ ਅ ਸੈਂਟਰਲ ਪਾਰਟ ਆਫ ਦਿਸ ਹੋਲ ਥਿੰਗ ਬਟ ਉਹਨੂੰ ਮੰਨਣ ਵਾਲੇ ਜਿਹੜੇ ਹਨ ਜਿਹੜੇ ਉਹਦੇ ਗੁਰਸਿੱਖ ਪਿਆਰੇ ਜਿਹੜੇ ਹਨ ਉਹ ਜਿਹੜੇ ਉਸ ਕੰਮ ਨੂੰ ਅੱਗੇ ਲੈ ਕੇ ਜਾਣਾ ਜੇ ਉਹਨਾਂ ਦੀ ਸੰਗਤ ਨਹੀਂ ਹੈ ਨਾ ਤੁਹਾਡੀ ਲਾਈਫ ਵਿੱਚ ਚਾਹੇ ਉਹ ਪੜ੍ਹ ਕੇ ਹੋਵੇ ਕਲਗੀਧਰ ਚਮਤਕਾਰ ਪੜ੍ਹ ਕੇ ਹੋਵੇ ਚਾਹੇ ਉਹ ਕਿਧਰੇ ਕਿਸੇ ਨੂੰ ਸੁਣ ਕੇ ਹੋਵੇ ਚਾਹੇ ਕੀਰਤਨ ਕਰਕੇ ਹੋਵੇ ਜਾਂ ਸੁਣ ਕੇ ਹੋਵੇ
ਤੇ ਹੋਰ ਸਭ ਕੁਝ ਹੋ ਸਕਦਾ ਦੁਨੀਆ 'ਚ, ਸਭ ਕੁਝ ਮਿਲ ਜਾਏਗਾ, ਲੇਕਿਨ ਪ੍ਰਭੂ ਮਿਲਾਪ ਨਹੀਂ ਹੈ, ਉਹ ਨਹੀਂ ਹੋ ਸਕਦਾ ਕਦੀ ਵੀ, ਕਦੀ ਨਹੀਂ ਹੋ ਸਕਦਾ, ਉਹ ਮਿਲੇਗਾ ਹੀ ਨਹੀਂ। ਉਹ ਇੱਥੋਂ ਹੀ ਮਿਲਣੀ ਹੈ, ਪ੍ਰਾਪਤੀ ਇੱਥੋਂ ਹੀ ਹੋਣੀ ਹੈ ਸਾਰੀ, ਔਰ ਕਿਧਰੋਂ ਮਿਲ ਨਹੀਂ ਸਕਦੀ। ਸਤਸੰਗਤ ਵਿੱਚੋਂ ਪ੍ਰਾਪਤੀ ਹੋਣੀ ਹੈ, ਉੱਥੋਂ ਹੀ ਗਿਆਨ ਮਿਲਣਾ ਹੈ, ਉਹਨਾਂ ਨੇ ਹੀ ਪ੍ਰੇਰਣਾ ਕਰਨੀ ਹੈ ਤੁਹਾਨੂੰ, ਉਹਨਾਂ ਹੀ ਪ੍ਰੇਰਣਾ ਅੱਗੋਂ ਤੁਹਾਨੂੰ, ਉਹਨਾਂ ਨੇ ਅੱਗੇ ਕਹਿਣਾ ਕਿ ਤੁਸੀਂ ਇਹ ਕਰੋ, ਉਹਨਾਂ ਨੇ ਬਾਰ-ਬਾਰ ਇਸ ਬਾਰੇ ਜ਼ੋਰ ਦੇਣਾ ਹੈ। ਤੁਹਾਡੇ ਕੰਨ ਪੱਕ ਜਾਣਗੇ ਸੁਣ ਕੇ, ਬਾਰ-ਬਾਰ ਉਹ ਕਹਿਣਗੇ ਇਸੀ ਦੇ ਉੱਤੇ ਗੱਲ ਜ਼ੋਰ ਦੇਣਾ ਉਹਨਾਂ ਨੇ। ਉੱਥੋਂ ਪ੍ਰੇਰਣਾ ਮਿਲੇਗੀ। ਪ੍ਰੇਰਣਾ ਮਿਲਣ ਤੋਂ ਬਾਅਦ ਬੰਦਾ ਉਹ ਜਿਹੇ ਬੰਦਿਆਂ ਨੂੰ ਫਿਰ ਬੰਦਾ ਫੋਲੋ ਕਰਦਾ ਹੈ ਅਤੇ ਆਪਣੀ ਲਾਈਫ ਜਿਹੜੀ ਉਹਦੇ ਵਿੱਚ ਢਾਲਦਾ ਅਤੇ ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਇਹ ਤਾਂ ਹੈ ਜੇ ਅੰਦਰੋਂ ਤਾਂਗ ਹੋਵੇ ਪਹਿਲੇ ਮਿਲਾਪ ਦੀ, ਦੇ ਮਿਲਾਪ ਦੀ ਤਾਂਗ ਨਹੀਂ ਹੈ ਫਿਰ ਵੀ ਚਲਾ ਜਾਏਗਾ, ਅਤੇ ਇੱਥੋਂ ਤੁਹਾਨੂੰ ਮਿਲਾਪ ਦੀ ਤਾਂਗ ਵੀ ਪੈਦਾ ਹੋਏਗੀ, ਇੱਥੋਂ ਇਨਕਰੇਜਮੈਂਟ ਮਿਲੇਗੀ ਤੁਹਾਨੂੰ। ਤੁਸੀਂ ਨੋਟਿਸ ਕਰਨਾ ਕਦੀ ਵੀ ਉਹਨਾਂ ਬੰਦਿਆਂ ਨਾਲ ਜਦੋਂ ਬੈਠੋਗੇ ਜਿਹੜੇ ਗੁਰੂ ਓਰੀਐਂਟਡ ਜ਼ਿਆਦਾ ਹਨ, ਜਿਨ੍ਹਾਂ ਦੇ ਅੰਦਰ ਵਿਰਾਗ ਵਗੈਰਾ ਜ਼ਿਆਦਾ ਸਟਰੋਂਗ ਹੈ, ਉਹਨਾਂ ਅੰਦਰ ਬੈਠੋਗੇ, ਘੰਟਾ 2 ਘੰਟੇ ਬੈਠਣ ਤੋਂ ਬਾਅਦ ਯੂ ਵਿਲ ਫੀਲ ਲੋਟ ਬੈਟਰ। ਚਾਹੇ ਵੱਡੀ ਤੋਂ ਵੱਡੀ ਡਿਪਰੈਸ਼ਨ 'ਚ ਬੰਦਾ ਬੈਠਾ ਹੋਏ, ਵੱਡੀ ਤੋਂ ਵੱਡੀ ਪ੍ਰੋਬਲਮ 'ਚ ਬੈਠਾ ਹੋਏ, ਉੱਥੇ 1-2 ਘੰਟੇ ਉਹਨਾਂ ਨਾਲ ਜਦੋਂ ਬਿਤਾਓਗੇ, ਕੀਰਤਨ ਦੇ ਉਸ ਇਨਵਾਇਰਮੈਂਟ ਜਦੋਂ ਹੋਵੋਗੇ, ਤੇ ਬੰਦਾ ਸਭ ਕੁਝ ਭੁੱਲ ਜਾਂਦਾ, ਫਿਰ ਸਭ ਬੰਦਾ ਹੋਰ ਕਿਧਰੇ ਪਾਸੇ ਆ ਜਾਂਦਾ। ਸੋ ਇਹ ਜਪਜੀ ਦੀ ਬਾਣੀ ਦੇ ਵਿੱਚ ਇਸ ਗੱਲ ਨੂੰ ਤੇ ਬਾਰ-ਬਾਰ ਦੁਹਰਾਇਆ। ਔਰ ਦੂਸਰੀ ਜਿਹੜੀ ਗੱਲ ਹੈ ਉਹ ਹੈ ਉਸ ਪ੍ਰਮਾਤਮਾ ਅੱਗੇ ਅਰਦਾਸ ਔਰ ਉਹਦੀ ਕਿਰਪਾ। ਉਹਦੀ ਕਿਰਪਾ ਬਿਨਾਂ ਇਹ ਨਹੀਂ ਹੋ ਸਕਦਾ ਕਦੀ ਵੀ, ਨਾ ਸਤਸੰਗਤ ਮਿਲ ਸਕਦੀ ਹੈ, ਨਾ ਕੁਝ ਹੋ ਸਕਦਾ ਹੈ। ਉਹ ਹੈ ਉਹਦੇ ਅੱਗੇ ਬਾਰ-ਬਾਰ ਨੱਕ ਰਗੜ ਕੇ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੇ ਕਿ ਹੇ ਦਾਤਾ ਮੇਰੀ ਲਾਈਫ ਨੂੰ ਬਦਲੋ, ਤੁਸੀਂ ਮੇਰੀ ਲਾਈਫ ਵਿੱਚ ਚੇਂਜਸ ਲੈ ਕੇ ਆਓ, ਮੇਰਾ ਟਾਈਮ, ਮੇਰਾ ਹੋਰ ਪਾਸੋਂ ਇੰਟਰਸਟ ਘਟਾ ਦਿਓ। ਇਹ ਬਾਰ-ਬਾਰ ਨੱਕ ਰਗੜ ਕੇ ਅਰਦਾਸ ਕਰੇ ਸਤਸੰਗਤ ਵਾਸਤੇ ਔਰ ਪ੍ਰਮਾਤਮਾ ਪ੍ਰਾਪਤੀ ਵਾਸਤੇ। ਇਹ 2 ਚੀਜ਼ਾਂ ਬਹੁਤ ਕ੍ਰਿਟੀਕਲ ਹਨ, ਬੜੀਆਂ, ਬਹੁਤ ਜ਼ਿਆਦਾ। ਮੈਂ ਅੰਡਰ ਐਮਫਸਾਈਜ਼ ਨਹੀਂ ਕਰ ਸਕਦਾ। ਜਪਜੀ ਵਿੱਚ ਆਪ ਅਰਦਾਸ ਉਹਨਾਂ ਨੇ ਬੜੀ ਵਾਰੀ ਕੀਤੀ, ਉਹਨਾਂ ਨੇ ਗੁਰਾਇਕ ਦੇ ਬੁਝਾਏ ਸਭਨਾ ਜੀਆਂ, ਯਾਨੀ ਕਿ ਉੱਥੇ ਵੀ ਇਹੀ ਹੈ ਕਿ ਤੈਨੂੰ ਭੁੱਲਾ ਨਾ ਕਦੀ ਮੈਂ, ਤੇ ਹੇ ਮੇਰੇ ਦਾਤਾ ਮੈਨੂੰ ਇੱਕ ਮੇਰੀ ਪਿਆਸ ਬੁਝਾ ਦੇ ਤੂੰ ਖਾਲੀ। ਔਰ ਆਪ ਵੀ ਜਦੋਂ ਕਿਧਰੋਂ ਉਦਾਸੀਆਂ ਜਦੋਂ ਜਾਂਦੇ ਸਨ, ਜਦੋਂ ਮਿਲਦੇ ਸਨ, ਤੇ ਇਹੀ ਅਸੀਸ ਦਿੰਦੇ ਸਨ ਸਾਰਿਆਂ ਨੂੰ ਕਿ ਜਾਂ ਤੁਮਕੋ ਪਰਮਾਤਮਾ ਚੇਤਾ ਆਏ, ਤੈਨੂੰ ਖਸਮ ਚੇਤੇ ਆਵੇ, ਜਾਂ ਤੈਨੂੰ ਪਰਮਾਤਮਾ ਚੇਤੇ ਆਵੇ, ਜਾਂ ਤੈਨੂੰ ਪਰਮਾਤਮਾ ਭੁੱਲੇ ਨਾ ਕਦੀ। ਔਰ ਸੰਤ ਜਨ ਇਹ ਅਰਦਾਸ, ਮੈਂ ਉਸ ਦਿਨ ਅੰਗਦ ਨਾਲ ਗੱਲ ਕਰਦਾ ਸੀ, ਪਟਨਾ ਸਾਹਿਬ ਜਾਂਦੇ ਸੀ, ਭਾਈ ਮਾਨ ਸਿੰਘ ਹੋਰੀ ਵੀ ਹੁੰਦੇ ਸਨ ਉਸ ਵੇਲੇ। ਉਹ ਵੀ ਜਦੋਂ ਛੋਟੇ ਹੁੰਦੇ ਆ ਮੈਂ ਮੱਥਾ ਟੇਕਣਾ ਉਹਨਾਂ ਨੂੰ, ਹੱਥ 'ਤੇ ਸਿਰ ਰੱਖ ਕੇ ਇਹੀ ਅਰਦਾਸ ਕਰਦੇ ਸਾਂ, ਜਾਓ ਗੁਰੂ ਨਾਨਕ ਤੁਮਕੋ ਕभी ਨਾ ਭੁੱਲੇ, ਜਾਓ ਗੁਰੂ ਨਾਨਕ ਕभी भूल, ਉਹ ਹਿੰਦੀ ਬੋਲਦੇ ਸਨ ਕਿਉਂਕਿ ਬਿਹਾਰ ਤੋਂ ਸਨ, ਜਾਓ ਗੁਰੂ ਨਾਨਕ ਕੀ ਯਾਦ ਹਮੇਸ਼ਾ ਆਏ, ਜਾਓ ਉਹ ਕभी ਨਾ ਭੁੱਲੇ ਤੁਮਕੋ। ਇਹ ਨਾ ਵਿਸਰਨ ਦੀ ਤੇ ਨਾ ਭੁਲਾਉਣ ਦੀ ਦਾਤ ਜਿਹੜੀ ਹੈ, ਇਹ ਅਰਦਾਸ ਰੂਪ ਵਿੱਚ, ਤੇ ਇਹਦੇ ਬਿਨਾਂ ਤੇ ਕੁਝ ਨਹੀਂ ਹੋ ਸਕਦਾ। ਨਾ ਕੋ ਬੰਦਾ ਹਜ਼ਾਰਾਂ ਸਾਲ ਚੱਕਰ ਲਗਾ ਕੇ ਕਿ ਮੈਂ ਆਪੇ ਕਰ ਲਾਂ ਕੰਮ। ਦੇਖੋ ਆਪ ਕਦੀ ਕੁਝ ਹੋ ਸਕਿਆ, ਕਦੀ ਹੁੰਦਾ, ਕਦੀ ਉਸ ਤਰ੍ਹਾਂ ਲਾਈਫ ਵਿੱਚ, ਕਦੀ ਆਪੇ ਕਿਸੇ ਨੇ ਇੰਜੀਨੀਅਰ ਬਣਨਾ ਹੋਵੇ, ਡਾਕਟਰ ਬਣਨਾ ਹੋਵੇ, ਕਹੇ ਮੈਂ ਸਕੂਲ ਜਾਣਾ ਹੀ ਨਹੀਂ, ਮੈਂ ਆਪੇ ਕਰਾਂਗਾ ਜੀ ਕੰਮ, ਤੇ ਲਗਾ ਫਿਰ ਮੰਗਾ ਲਓ ਐਮਾਜ਼ੋਨ ਤੋਂ ਕਿਤਾਬਾਂ ਸਾਰੀਆਂ, ਫਿਰ ਪੜ੍ਹ ਲਿਆ ਆਪੇ ਬੈਠ ਕੇ ਘਰ। ਕੋਈ ਦੇਖਾ ਕੌਣ ਡਾਕਟਰ ਬਣ ਸਕਦਾ, ਕੌਣ ਇੰਜੀਨੀਅਰ, ਕੌਣ ਲਾਇਰ ਬਣ ਸਕਦਾ, ਕੋਈ ਬਣਿਆ ਅਜੇ ਤੱਕ, ਕੋਈ ਹੋਇਆ ਕਦੀ ਨਹੀਂ ਹੋਇਆ। ਯੂ ਹੈਵ ਟੂ ਫੋਲੋ ਦ ਸਿਸਟਮ। ਜਾਣਾ ਪਏਗਾ ਤੁਹਾਨੂੰ ਸਕੂਲ ਵਿੱਚ, ਤੁਹਾਨੂੰ ਕਲਾਸ ਵਿੱਚ ਬੈਠਣਾ ਪਏਗਾ, ਟੀਚਰ ਦੀ ਗੱਲ ਸੁਣਨੀ ਪਏਗੀ, ਪ੍ਰੋਫੈਸਰ ਦੀ ਇੱਜ਼ਤ ਕਰਨੀ ਪਏਗੀ, ਉਹਦੇ ਇੰਸਟਰਕਸ਼ਨ ਨੂੰ ਫੋਲੋ ਕਰਨਾ ਪਏਗਾ, ਉਹ ਜੋ ਕਹਿ ਰਿਹਾ ਉਹ ਸੁਣਨਾ ਪਏਗਾ, ਫਿਰ ਉਹਦੇ ਕਹੇ ਮੁਤਾਬਿਕ ਐਗਜ਼ਾਮ ਦੇਣੇ ਪੈਣਗੇ। ਉਹ ਕਠਿਨ ਤਪੱਸਿਆ 'ਚੋਂ ਨਿਕਲ ਕੇ ਤੁਹਾਨੂੰ ਪੀਸ ਆਫ ਪੇਪਰ ਮਿਲੇਗਾ ਲਾਸਟ ਵਿੱਚ, ਉਦੋਂ ਬਿਨਾਂ ਨਹੀਂ ਹੋ ਸਕਦਾ। ਇੱਥੇ ਉਹ ਬੈਠੇ ਹੋਏ ਨੇ ਵੱਡੇ, ਇਹਨਾਂ ਵੱਡਿਆਂ ਤੋਂ ਸਿੱਖਣਾ ਪਏਗਾ, ਇਹਨਾਂ ਵੱਡਿਆਂ ਦੀ ਸਿੱਖਿਆ ਲੈਣੀ ਪਏਗੀ, ਇਹਨਾਂ ਦੀ ਸੰਗਤ ਕਰਨੀ ਪਏਗੀ ਤੁਹਾਨੂੰ, ਕੋਈ ਚਾਰਾ ਨਹੀਂ ਹੈ ਤੁਹਾਡੇ ਕੋਲ ਕੋਈ। ਐਂਡ ਦ ਰੀਜ਼ਨ ਆਈ ਐਮ ਸੇਇੰਗ ਆਲ ਦਿਸ ਸਟਫ ਇਜ਼ ਕਿ ਜਪਜੀ ਦੀ ਅੱਜ ਐਂਡਿੰਗ ਹੈ, ਮਤਲਬ ਕਿ ਉਸ ਤੋਂ ਬਾਅਦ ਮੈਂ ਹੁਣ ਦਿਸ ਇਜ਼ ਦੀ ਲਾਸਟ ਟਾਈਮ ਵੀ ਗੋਇੰ ਟੂ ਗੋ ਓਵਰ ਦ ਪੌੜੀ ਰਾਈਟ ਨਾਓ, ਦੋ ਕਿ ਇਹ ਨਾ ਹੋਵੇ ਕਿ ਇਹ 4 ਸਾਲ ਦੀ ਮਿਹਨਤ ਜਿਹੜੀ ਹੈ ਸਾਰੀ ਬਿਰਥਾ ਚਲੀ ਜਾਵੇ। ਜੇ ਤੇ ਅੰਦਰੋਂ ਉਮੰਗ ਉੱਠੀ ਹੈ ਪ੍ਰਭੂ ਮਿਲਾਪ ਦੀ ਅੰਦਰੋਂ, ਔਰ ਉਹ ਲੈਵਲ 1 ਤੋਂ 10 ਵਿੱਚੋਂ ਘੱਟੋ ਘੱਟ 5 ਦੀ ਹੈ ਉਹ ਅੰਦਰੋਂ ਉਮੰਗ, ਔਰ ਉਹ ਉਮੰਗ ਹਮੇਸ਼ਾ ਹੈ ਅੰਦਰ, ਫਿਰ ਤੇ ਸਕਸੈਸਫੁਲ ਹੈ ਕੰਮ। ਤੇ ਜੇ ਅੰਦਰੋਂ ਹਾਲੇ ਉਹ ਇੱਛਾ ਪ੍ਰਕਟ ਨਹੀਂ ਹੋਈ ਹਾਲੇ ਸਟਰੋਂਗ ਰੂਪ, ਇੱਥੇ ਆ ਕੇ ਪ੍ਰਕਟ ਹੁੰਦੀ ਹੈ ਲੇਕਿਨ ਬਾਹਰ ਜਾਂਦਿਆਂ ਸਾਰ ਗੁੰਮ ਹੋ ਜਾਂਦੀ ਹੈ, ਤੇ ਫਿਰ ਵੀ ਹੈਵ ਟੂ ਰੀਟਰੇਸ ਆਵਰ ਸਟੈਪਸ ਐਂਡ ਸੀ ਵਾਟ ਵੀ ਕੈਨ ਡੂ ਟੂ ਅਕਾਂਪਲਿਸ਼ ਦੈਟ, ਕਿ ਅੰਦਰੋਂ ਮੇਰੇ ਅੰਦਰ ਪਿਆਸ ਕਿੰਝ ਜਗੇ ਉਹ ਵਾਲੀ, ਅੰਦਰੋਂ ਮੇਰੇ ਅੰਦਰ ਪਰਮਾਤਮਾ ਮਿਲਣ ਦੀ ਅੰਦਰੋਂ ਪਿਆਸ ਮੇਰੀ ਕਿੰਝ ਬੁੱਝੇ ਤੇ ਕਿੰਝ ਜਲੇ ਅੰਦਰੋਂ।
ਉਹ ਗੁਰੂ ਕਰਾ ਸਕਦੇ ਹਨ। ਇਹ ਅਰਦਾਸ ਕਿਰਪਾ ਦੁਆਰਾ ਹੁੰਦੀ ਹੈ, ਬਾਣੀ ਨਾਲ ਜੁੜ ਕੇ ਉਹਦੀ ਵਾਰਮਥ ਲੈ ਕੇ ਹੁੰਦੀ ਹੈ। ਬਟ ਇਹ ਹੈ ਕਿ ਸਮ ਪੀਪਲ ਮਾਈਟ ਆਰਗਿਊ ਦੈਟ ਵਾਟ ਇਜ਼ ਦ ਨੀਡ ਫॉर ਆਲ ਦਿਸ ਸਟਫ, ਵਾਈ ਬਾਦਰ ਵਿਦ ਆਲ ਦਿਸ ਸਟਫ। ਉਹ ਵੀ ਬੜੇ ਹਨ, ਉਹ ਵੀ ਔਰ ਆਰਗਿਊ ਨਹੀਂ ਤੁਸੀਂ ਉਹਨਾਂ ਨਾਲ ਕਰ ਸਕਦੇ ਕਿਉਂਕਿ ਆਰਗੂਮੈਂਟ 'ਚ ਹਾਰ ਜਾਓਗੇ ਤੁਸੀਂ। ਸੋ ਇੱਥੇ ਆਰਗੂਮੈਂਟ ਦੀ ਗੱਲ ਹੀ ਨਹੀਂ ਹੈ, ਇੱਥੇ ਆਪਣੇ ਮਨ ਦੀ ਗੱਲ ਹੈ। ਇੱਥੇ ਉਹ ਬੰਦਾ ਜਿੱਤ ਸਕਦਾ ਜਿਹੜਾ ਆਪਣੇ ਗੁਰੂ ਨੂੰ ਸਰਬ ਸ਼ਕਤੀਮਾਨ ਮੰਨ ਕੇ ਇਹ ਮੰਨ ਲਵੇ ਕਿ ਜੋ ਮੇਰੇ ਗੁਰੂ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ, ਜੋ ਲਿਖਿਆ ਹੋਇਆ ਬਾਣੀ 'ਚੋਂ ਠੀਕ ਹੈ, ਮੈਂ ਜੋ ਕਹਿ ਰਿਹਾ ਉਹ ਠੀਕ ਨਹੀਂ ਹੈ। ਉਹ ਹੈ ਹੁਕਮ ਰਜ਼ਾ ਵਿੱਚ ਚੱਲਣਾ, ਉਹਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ, ਭਾਵ ਉਹਦੇ ਕਹੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਸੋ ਇਹ ਦੋ ਗੱਲਾਂ ਪੰਡਤਾਂ ਨੇ ਵੀ ਸ਼ਲੋਕ ਸੰਸਕ੍ਰਿਤੀ ਵਿੱਚ ਵੀ ਇੱਕ ਨੰਬਰ 40th ਹੈ ਸ਼ਲੋਕ ਜਿਹਦੇ ਵਿੱਚ ਕਿ ਨਚ ਦੁਰਲਭੰ ਵਾਲਾ, ਉਹਦੇ 'ਚ ਮਹਾਰਾਜ ਨੇ ਇਸੀ ਗੱਲ ਤੇ ਕੀਤਾ। ਬੜੀਆਂ ਕੀ ਮਾਨਾ ਕਿ ਬੜੀਆਂ ਕੀ ਹੈ, ਚੀਜ਼ ਦੁਰਲਭ ਨਹੀਂ ਹੈ, ਚੀਜ਼ ਨਚ ਦੁਰਲਭੰ ਧਨੰ ਰੂਪੰ, ਨਚ ਦੁਰਲਭੰ ਸਵਰਗਰਾਜ ਨਚ ਦੁਰਲਭੰ ਭੋਜਨੰ ਬਿੰਜਨੰ। ਨਾ ਖਾਣ ਪੀਣ ਦੀ ਦੁਰਲਭ ਚੀਜ਼ਾਂ ਹਨ, ਨਾ ਰਾਜ ਭਾਗ ਦੁਰਲਭ ਹੈ ਤੇ ਕਿੰਨਾ ਕੁਛ ਕਿਹਾ ਕਿ ਕੋਈ ਚੀਜ਼ ਦੁਰਲਭ ਨਹੀਂ ਹੈ। ਤੇ ਅੱਗੇ ਜਾ ਕੇ ਲਿਖਦੇ ਹਨ ਦੁਰਲਭੰ ਏਕ ਭਗਵਾਨ ਨਾਮ। ਇੱਕ ਚੀਜ਼ ਦੁਰਲਭ ਹੈ, ਉਹ ਪ੍ਰਮਾਤਮਾ ਦਾ ਪਿਆਰ। ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ। ਦੋ ਚੀਜ਼ਾਂ ਦਾ ਸੋਰਸ ਦੱਸਿਆ ਉੱਥੇ ਉਸ ਸ਼ਲੋਕ ਵਿੱਚ ਹੀ, ਗੁਰੂ ਦੇ ਸੱਚੇ ਪਾਤਸ਼ਾਹ ਦੀ ਬਾਣੀ ਹੈ। ਨਾਨਕ ਲਬਧੰ, ਇਹ ਨਾਨਕ ਲੱਭਦਾ ਹੈ। ਨਾਨਕ ਲਬਧੰ ਸਾਧ ਸੰਗ, ਪਹਿਲੀ ਸੋਰਸ ਸਤਸੰਗਤ ਨਾਲ ਮਿਲਦਾ ਹੈ, ਜੁੜਿਆਂ ਦੀ ਸੰਗਤ ਵਿੱਚੋਂ ਪ੍ਰਾਪਤੀ ਹੈ ਉਹਦੀ। ਉੱਥੋਂ ਇਨਕਰੇਜਮੈਂਟ ਤੁਹਾਨੂੰ ਮਿਲਣੀ ਹੈ, ਉੱਥੋਂ ਵੈਰਾਗ ਤੁਹਾਡੇ ਮਨ 'ਚ ਪੈਦਾ ਹੋਣਾ ਹੈ ਕਿਉਂਕਿ ਉਹਨਾਂ ਦੀ ਅੱਖਾਂ ਵਿੱਚ ਵੈਰਾਗ ਹੈ। ਜਿਹੜੇ ਜੁੜੇ ਹੋਏ ਹਨ, ਜਿਨ੍ਹਾਂ ਦੇ ਅੰਦਰ ਪ੍ਰਭੂ ਮਿਲਣ ਦੀ ਤੜਪ ਹੈ, ਜਿਨ੍ਹਾਂ ਦੇ ਅੰਦਰ, ਉਹਨਾਂ ਦੇ ਅੰਦਰ ਵੈਰਾਗ ਹੈ। ਉਹ ਵੈਰਾਗ ਜਦੋਂ ਦੇਖੋਗੇ ਤਾਂ ਉਹ ਵੈਰਾਗ ਤੁਹਾਡੇ ਤੇ ਲੱਗੇਗਾ। ਜਿਸ ਤਰ੍ਹਾਂ ਦੋ ਬੇਸੁਰੇ ਬੰਦੇ ਗਾ ਰਹੇ ਹੋਣ ਤੇ ਉਹਦੇ 'ਚ 20 ਸੁਰ ਵਾਲੇ ਹੋਣ ਅਗਰ, ਤੇ ਉਹਨਾਂ 20 ਸੁਰਾਂ ਨਾਲ ਜਿਹੜੇ ਦੋ ਬੇਸੁਰੇ ਹਨ ਉਹ ਵੀ ਸੁਰ ਵਾਲੇ ਹੋ ਜਾਂਦੇ ਨੇ। ਉਹਨਾਂ ਦੇ ਆਪਣੇ ਆਪ ਹੀ ਨੋਟ ਅੱਗੇ ਚਲੇ ਜਾਂਦੇ ਨੇ, ਉਹਨਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਕਿਉਂਕਿ ਉਹ ਇਤਨੇ ਸੁਰ ਵਿੱਚ ਗਾ ਰਹੇ ਹੁੰਦੇ ਨੇ। ਬਾਕੀ ਵੀ ਦੋ ਬੇਸੁਰੇ ਵੀ ਉਹ ਬੇਸੁਰਿਆਂ ਦੇ ਨੋਟ ਸੁਰ ਵਿੱਚ ਆ ਕੇ ਠੀਕ ਹੋ ਜਾਂਦੇ ਨੇ ਅੱਗੇ ਜਾ ਕੇ। ਉਸੀ ਤਰ੍ਹਾਂ ਇੱਥੇ ਇਹ ਹੈ, ਨਾਨਕ ਲਬਧੰ ਸਾਧ ਸੰਗ ਤੇ ਦੂਸਰੀ ਕਿਰਪਾ ਪ੍ਰਭੰ, ਪ੍ਰਭੂ ਦੀ ਕਿਰਪਾ, ਪ੍ਰਮਾਤਮਾ ਦੀ ਅਰਦਾਸ ਤੇ ਕਿਰਪਾ ਦੁਆਰਾ ਪ੍ਰਾਪਤੀ ਹੈ ਉਸਦੀ। ਪਰ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਅੰਦਰ ਪਿਆਸ ਜੱਗੀ ਹੈ ਪ੍ਰਭੂ ਮਿਲਾਪ ਦੀ। ਜਿਨ੍ਹਾਂ ਦੇ ਅੰਦਰ ਪਿਆਸ ਨਹੀਂ ਹੈ ਉਹ ਤੇ ਫਿਰ ਜੇ ਹੁਣ ਦੇਖੋ ਨਾ, ਜੇ ਬੰਦਾ ਰਜਿਆ ਹੀ ਹੋਵੇ ਸ਼ੁਰੂ ਤੋਂ ਤਾਂ ਫਿਰ ਉਹ ਕਿੱਥੋਂ, there's no point in feeding him. Then he said no matter what you feed him is not going to do anything good about to him, so ਹੁਣ ਪਿਆਸ ਲੱਗੇ ਕਿੰਜ, ਉਹ ਵੀ ਇੱਥੋਂ ਹੀ ਲੱਗਣੀ ਹੈ, ਉਹ ਗੁਰਬਾਣੀ ਤੋਂ ਲੱਗਣੀ ਹੈ। ਉਹ ਮਾਪਿਓ ਜੇ ਅਗਰ ਬਹੁਤ ਅੱਛੇ ਮਿਲ ਜਾਣ ਕਿਸੇ ਨੂੰ, ਇਹੋ ਜਿਹੇ ਮਾਪਿਓ ਮਿਲ ਜਾਣ ਜਿਹੜੇ ਬਚਪਨ ਤੋਂ ਬੱਚੇ ਨੂੰ ਪ੍ਰੇਰਿਆ ਹੋਵੇ ਇਸ ਤਰਫ, ਜਿਨ੍ਹਾਂ ਨੇ ਸਿਰਫ ਇਸ ਤਰਫ ਪ੍ਰੇਰਿਆ ਨਾ ਹੋਵੇ ਕਿ ਤੂੰ ਗੁਰਦੁਆਰੇ ਹੀ ਜਾਣਾ ਖਾਲੀ, ਜਾਂ ਇਸ ਤਰਫ ਪ੍ਰੇਰਿਆ ਹੋਵੇ ਕਿ ਨਹੀਂ ਬੇਟਾ ਤੂੰ ਇੱਥੇ ਆਉਣ ਦਾ ਤੇਰਾ ਰੀਜ਼ਨ ਸਿਰਫ ਪਰਮਾਤਮਾ ਮਿਲਣ ਦਾ ਹੈ, ਬੱਚੇ ਪੈਦਾ ਕਰਨ ਦਾ ਤੇ ਰੋਟੀ ਕਮਾਉਣ ਦਾ ਨਹੀਂ ਹੈ। ਅਗਰ ਮਾਪਿਓ ਜੇ ਮਿਲੇ ਹੋਣ, ਬੱਚੇ ਨੂੰ ਪ੍ਰੇਰਿਆ ਹੋਵੇ ਉਸ ਤਰਫ ਬਚਪਨ ਤੋਂ, ਤੇ ਉਹਦੇ ਅੰਦਰ ਫਿਰ ਪਿਆਸ ਜਿਹੜੀ ਹੈ ਪਰਮਾਤਮਾ ਮਿਲਣ ਦੀ ਤੜਪ ਜਿਹੜੀ ਹੈ ਉਹ ਫਿਰ ਵੱਧ ਜਾਂਦੀ ਉਹਦੇ ਅੰਦਰ। ਪਰ ਜੇ ਕਦੀ ਦੇਖਿਆ ਨਾ ਹੋਵੇ, ਕਿਸੇ ਬੰਦੇ ਨੂੰ ਕੁਝ ਕੀਤਾ ਨਾ ਹੋਵੇ, ਬੜਾ ਮੁਸ਼ਕਿਲ ਹੈ। ਇੱਥੋਂ ਪਿਆਸ ਜਿਹੜੀ ਹੈ ਉਹ ਬੁਝਦੀ ਹੈ। ਤੇ ਲਾਵਾਂ ਵਿੱਚ ਵੀ ਜਿੱਥੇ ਪਹਿਲੀ ਲਾਮ ਵਿੱਚ ਸੰਦੇਸ਼ ਦੂਸਰਾ ਦੇਖੇ, ਦੂਸਰੀ ਲਾਮ ਵਿੱਚ ਦੀ ਇੰਟਾਇਰ ਸੈਕੰਡ ਲਾਮ ਇਜ਼ ਫੋਕਸਡ ਔਨ ਦਿਸ ਕਨਸੈਪਟ। ਸਾਰੇ ਦੀ ਸੈਕੰਡ ਲਾਮ ਇਜ਼ ਫੋਕਸਡ ਔਨ ਦਿਸ। ਉਹਨੂੰ ਗੱਲ ਹੀ ਹੋਈ ਕੀਤੀ ਉਹਨਾਂ ਨੇ, ਦੇਖ ਲੈ ਜੇ ਸਤਸੰਗਤ ਨਹੀਂ ਕਰੇਗਾ ਗੁਰੂ ਦਾ ਮਿਲਾਪ ਜਿਹੜਾ ਤੇਰਾ ਨਹੀਂ ਹੋਏਗਾ, ਤੇਰੇ ਨਾਲ ਤੇਰੀ ਲਾਈਫ ਵਿੱਚ ਉਹ ਬੰਦੇ ਨਹੀਂ ਆਉਣਗੇ ਅਗਰ, ਫਿਰ ਤੇਰਾ ਕੁਝ ਨਹੀਂ ਹੋ ਸਕਦਾ, ਬਹੁਤ ਮੁਸ਼ਕਿਲ ਹੈ ਤੇਰਾ ਕਰਨਾ ਕੰਮ। ਤੇ ਉੱਥੋਂ ਫਿਰ ਇਵੋਲਵ ਹੋ ਕੇ ਜਦੋਂ ਤੀਸਰੀ ਲਾਮ ਵਿੱਚ ਆ ਕੇ ਵਿਰਾਗ ਦੀ ਗੱਲ ਕਰਦੇ, ਤੀਜੜੀ ਲਾਮ ਵਿੱਚ ਵਿਰਾਗ ਹੈ, ਉੱਥੇ ਵਿਰਾਗ ਉਤਪੰਨ ਹੁੰਦਾ, ਉੱਥੋਂ ਉਹ ਵਿਰਾਗ ਵੀ ਸਤਸੰਗ ਵਿੱਚੋਂ ਉਤਪੰਨ ਹੁੰਦਾ। ਉਹ ਤੇ ਉਹ ਵਿਰਾਗ ਦਾ ਕਨਸੈਪਟ ਹੈ ਕਿਸੇ ਚੀਜ਼ ਨੂੰ ਮਿਸ ਕਰਕੇ ਫਿਰ ਉਸ ਚੀਜ਼ ਨੂੰ, ਦੇਖੋ ਤੜਪ ਹੋਵੇ ਕਿਸੇ ਚੀਜ਼ ਦੀ ਅੰਦਰੋਂ ਭੁੱਖ ਹੋਵੇ ਤੇ ਬੰਦਾ ਅੱਗੋਂ ਕੁਝ ਕਰਦਾ ਹੈ ਨਾ। ਜੇ ਭੁੱਖੀ ਨਾ ਹੋਵੇ ਤਾਂ ਫਿਰ ਬੰਦੇ ਦੇ ਅੰਦਰ ਹੈ ਹੀ ਨਹੀਂ ਕੁਝ। ਤੇ ਐਂਬੀਸ਼ੀਅਸ ਹੁੰਦਾ ਬੰਦੇ ਨੂੰ, ਆਈ ਵਾਂਟ ਟੂ ਮੇਕ ਮੋਰ ਮਨੀ, ਆਈ ਵਾਂਟ ਟੂ ਗੋ ਟੂ ਅ ਬੈਟਰ ਸਕੂਲ, ਆਈ ਵਾਂਟ ਟੂ ਗੈਟ ਅ ਬੈਟਰ ਸੈਟ ਸਕੋਰ। So the mom and dad send them to a better teaching place. They want to go to a better school because they can get a better job. Why want to get a better job? Because you make more money. Why make more money? Because I'll be able to afford more material things in life. ਉਸੀ ਤਰ੍ਹਾਂ ਭਗਤ ਜਨਾਂ ਦੇ ਅੰਦਰ ਇਹ ਹੁੰਦੀ ਹੈ। ਤੇ ਭਾਈ ਗੁਰਦਾਸ ਜੀ ਇਸ ਵਾਰ ਵਿੱਚ ਵੀ ਭਾਈ ਸਾਹਿਬ ਵੀ ਪੁਆਇੰਟ ਕਰਨਗੇ ਇਸ ਨੂੰ
ਤੇ ਦੂਸਰੀ ਚੀਜ਼ ਜਿਹੜੀ ਹੈ ਉਹਦੀ ਕਿਰਪਾ ਬਿਨਾ ਉਹਦੀ ਮਿਹਰ ਬਿਨਾ ਇੱਥੇ ਉਪਦੇਸ਼ ਹੈ ਸ਼ਰਨ ਆਉਣ ਦੀ, ਸ਼ਰਨਾਗਤ ਬਾਣੀ ਬੜੀ ਵਾਰੀ ਵਰਡ ਆਇਆ ਹੈ, ਇੱਥੇ ਸ਼ਰਨਾਗਤ, ਇੱਥੇ ਸ਼ਰਨ ਹੈ। ਤੇ ਸ਼ਰਨ ਜਿਹੜਾ ਬੰਦਾ ਆਉਂਦਾ ਫਿਰ ਉਹ ਕੁਐਸਚਨਿੰਗ ਨਹੀਂ ਕਰਦਾ। ਦੇਖੋ ਤੁਹਾਡੇ ਪਿੱਛੇ ਚੋਰ ਚੱਕੇ ਫਿਰਦੇ ਹੋਣ ਜਾਂ ਕੋਈ ਜਾਨਵਰ ਪਿਆ ਹੋਵੇ, ਤੁਹਾਨੂੰ ਜਾਨ ਬਚਾਉਣ ਦੀ ਆਪਣਾ ਹੋਵੇ, ਤੇ ਤੁਸੀਂ ਕਿਸੇ ਕੋਈ ਘਰ ਦਰਵਾਜ਼ਾ ਖੋਲ ਦੇਵੇ, ਉਹ ਯੂ ਨੋ ਵਾਟ, ਯੂ ਕੈਨ ਟੇਕ ਸ਼ੈਲਟਰ ਹੇਅਰ, ਯੂ ਆਰ ਪ੍ਰੋਟੈਕਟਡ ਹੇਅਰ, ਨੋਬਡੀ ਇਜ਼ ਗੋਇੰ ਟੂ ਟੱਚ ਯੂ, ਸ਼ਟਸ ਦ ਡੋਰ, ਫਿਰ ਉਹ ਤੁਸੀਂ ਸ਼ਰਨ ਆ ਗਏ ਇਹਦੀ ਸ਼ਰਨ ਆ ਗਏ, ਫਿਰ ਤੁਸੀਂ ਕੁਐਸਚਨ ਨਹੀਂ ਪੁੱਛਣਾ ਕੌਣ ਹੋ ਤੁਸੀਂ, ਕਿੰਜ ਨਹੀਂ ਹੋ, ਤੇ ਉਹਦਾ ਸ਼ੁਕਰ ਕਰਨਾ ਕਿ ਉਹਦੇ ਤੁਹਾਨੂੰ ਸ਼ਰਨ ਦਿੱਤੀ ਤੁਹਾਨੂੰ ਉਸਨੇ। ਇੱਥੇ ਜਿਹੜੀ ਉਸ ਅਰਦਾਸ ਦੇ ਵਜ੍ਹਾ ਨਾਲ, ਉਹਦੀ ਕਿਰਪਾ ਦੀ ਵਜ੍ਹਾ ਨਾਲ, ਜਦੋਂ ਗੁਰੂ ਦੇ ਸ਼ਰਨਾਗਤ ਜਦੋਂ ਹੁੰਦਾ ਬੰਦਾ, ਤੇ ਅਰਦਾਸ ਤੇ ਕਿਰਪਾ ਫਿਰ ਉਹਦੇ ਉੱਤੇ ਹੁੰਦੀ ਹੈ। ਜਿਹੜਾ ਸ਼ਰਨ ਆਉਂਦਾ ਉਹਦੇ, ਜੇ ਸ਼ਰਨ ਆਵੇ ਤੇ ਕੰਠ ਲਾਵੇ ਨਾ, ਉਹ ਕੰਠ ਉਸੀ ਨੂੰ ਲਗਾਉਂਦੇ ਜਿਹੜਾ ਸ਼ਰਨ ਆਵੇ ਜਿਹੜਾ। ਤੇ ਸ਼ਰਨ ਉਹੀ ਆ ਸਕਦਾ ਜਿਹਦੇ ਮਨ 'ਚ ਇੱਜ਼ਤ ਹੋਵੇ ਉਹਦੇ ਬਾਰੇ ਬੜੀ, ਜਿਹੜਾ ਸ਼ਰਨਾਗਤ ਹੋ ਸਕੇ, ਹੈ ਨਾ। ਜਦੋਂ ਇੱਥੋਂ ਨਿਊਯਾਰਕ ਫਲਾਈ ਕਰਦੇ ਹੋ ਤੇ 5.5 ਘੰਟੇ ਦੀ ਫਲਾਈਟ ਪਲੇਨ 'ਚ ਬੈਠ ਕੇ ਕਿਸੇ ਪਾਇਲਟ ਨੂੰ ਕਦੀ ਨਹੀਂ ਪੁੱਛਿਆ, why are we flying at 20,000, why not at 22,000, why are we going at northwest direction, in east direction at 80-degree angle, why not go at 72 degrees, why not flying at 34,000 feet above sea level, why are we flying at 28,000, which direction are we going? ਕਦੀ ਦੇਖਿਆ ਕਿਸੇ ਨੇ ਬਈ, ਦੇਖਾ ਬਈ ਠੀਕ ਜਾ ਰਿਹਾ ਕਿ ਨਹੀਂ ਜਾ ਰਿਹਾ ਰਸਤਾ, ਥੱਲੇ ਦੇਖਾ ਪਤਾ ਵੀ ਨਿਊਯਾਰਕ ਵਾਲੇ ਪਾਸੇ ਜਾ ਰਹੇ ਨੇ ਕਿ ਹਵਾਈ ਵਾਲੇ ਪਾਸੇ ਤੇ ਨਹੀਂ ਜਾ ਰਿਹਾ ਕਿਧਰੇ, ਕਿਉਂ? ਕਿਉਂਕਿ ਭਰੋਸਾ ਹੈ ਨਾ ਉਸ ਪਾਇਲਟ ਤੇ, ਉਹਨੂੰ ਪਤਾ ਹੈ ਕੋਈ GPS ਇਕੁਇਪਮੈਂਟ ਲੱਗੀ ਹੋਈ ਹੈ, ਸਾਰਾ ਥੱਲੋਂ ਕਾਂਟੈਕਟ ਹੋ ਰਿਹਾ, ਸ਼ਰਣਾ ਆਏ ਉਹਦੇ, ਸ਼ਰਨਾਗਤ ਹੈ ਬੰਦਾ, ਆਪਣੀ ਸੀਟ ਤੇ ਬੰਦਾ ਨਿਸ਼ਚਿੰਤ ਹੋ ਕੇ ਬੈਠ ਜਾਂਦਾ ਹੈ, ਖਾਣਾ ਪੀਂਦਾ ਜੋ ਵੀ ਪਰਦੇ, ਹਾਂ ਥੋੜੇ ਬੰਪਸ ਆਉਂਦੇ ਨੇ ਰਸਤੇ, ਦੈਟਸ ਡਿਫਰੈਂਟ ਸਟੋਰੀ, ਪਰ ਉਹਨੂੰ ਪਤਾ ਕਿ ਨਿਊਯਾਰਕ ਪਹੁੰਚ ਜਾਣਗੇ 5 ਘੰਟੇ 'ਚ ਜਾਂ 5.5 ਘੰਟੇ 'ਚ, ਵਟ ਐਵਰ ਇਟ ਇਜ਼। ਉਹਨੇ ਫਿਕਰ ਨਹੀਂ ਕੀਤੀ ਕਿ ਗਲਤ ਜਗ੍ਹਾ ਲੈ ਕੇ ਚਲਾ ਜਾਏਗਾ, ਇਹ ਹੋਏਗਾ ਕੁਝ ਨਹੀਂ, ਉਹਨੇ ਕੋਈ ਪੂਰਾ ਭਰੋਸਾ ਉਹਦੇ ਉੱਤੇ ਕਿ ਰਾਈਟ ਜਾ ਕੇ JFK ਹੀ ਉਤਰਨਾ ਹੈ ਜਾਂ ਨਿਵਾਕ ਹੀ ਉਤਰਨਾ ਸੀ ਜਾ ਕੇ, ਕਿਉਂਕਿ ਸ਼ਰਨ ਆਇਆ ਉਹਦੀ, ਸ਼ਰਨਾਗਤ ਆ। ਬੈਠਦਿਆਂ ਸਾਰੀ ਸ਼ਰਨਾਗਤ ਹੋ, ਬੈਠਦਿਆਂ ਸਾਰੀ ਸ਼ਰਨ ਆ ਜਾਂਦਾ ਬੰਦਾ ਉੱਥੇ, ਭਰੋਸਾ ਹੈ ਬਿਲਕੁਲ 100% ਵੀ ਹਾਂ ਬੈਠ ਗਏ ਆ, ਇੱਥੋਂ ਉੜੇਗਾ, ਉਹ ਰਾਈਟ ਡਾਇਰੈਕਸ਼ਨ 'ਚ ਜਾਣਾ, ਉਹਨੇ ਰਾਈਟ ਫਲਾਈਟ 'ਤੇ ਰਾਈਟ ਹਾਈਟ 'ਤੇ ਹੀ ਰਹਿਣਾ, ਉਹਨੇ ਜਿਹੜੀ ਬੈਸਟ ਹਾਈਟ ਜਿਹੜੀ ਦਿੱਤੀ ਗਈ ਹੈ ਟ੍ਰੈਫਿਕ ਕੰਟਰੋਲਰ ਤੋਂ। ਤੇ ਪ੍ਰਮਾਤਮਾ ਦੇ ਭਗਤ ਵੀ ਸੇਮ ਹਨ, ਉਹ ਵੀ ਸ਼ਰਨਾਗਤ ਆਉਂਦੇ ਹਨ, ਸ਼ਰਨ ਆਉਂਦੇ ਹਨ ਉਹਦੇ। The reason I'm repeating all this stuff is because I'm not going to be repeating Japji again after this one. These 2 points have to be driven home. ਇੱਥੋਂ ਹੀ ਤੁਹਾਨੂੰ ਗੁਣ ਮਿਲਨੇ ਹਨ ਸਾਰੇ, ਜਿਹੜੇ ਭਗਤੀ ਵਾਲੇ ਪਾਸੇ ਲੈ ਕੇ ਜਾਣਗੇ ਤੁਹਾਨੂੰ। ਚਾਹੇ ਨਿਮਰਤਾ ਵਾਲਾ ਗੁਣ ਹੋਵੇ, ਸਤ ਮੇਰੇ ਲਿਸਟ ਵਿੱਚ ਸਭ ਤੋਂ ਉੱਪਰਲਾ ਹੈ, ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਹੋਵੇ ਸੱਤ ਵਾਲਾ ਗੁਣ ਹੋਵੇ, ਸੱਤ ਵਾਲਾ ਗੁਣ ਮਨੇ ਸੱਚੇ ਵਿਵਹਾਰ ਵਾਲਾ ਗੁਣ ਹੋਵੇ, ਤੁਹਾਡਾ ਓਨੈਸਟ ਲਿਵਿੰਗ ਵਾਲਾ ਗੁਣ ਹੋਵੇ। ਇਹ ਸਾਰੇ ਦੇ ਸਾਰੇ ਗੁਣ ਜਿਹੜੇ ਹਨ, ਜਿਹੜੇ ਇਹ ਇੱਥੋਂ ਹੀ ਮਿਲਨੇ ਗੁਣ ਸਾਰੇ। ਔਰ ਵਿਣ ਗੁਣ ਕੀਤੇ ਭਗਤ ਨਾ ਹੋਏ, ਇਹਦੇ ਬਿਨਾਂ ਭਗਤੀ ਹੋ ਨਹੀਂ ਸਕਦੀ। ਗੁਰੂ ਦੀ ਪ੍ਰਾਪਤੀ ਵੀ ਇੱਥੋਂ ਹੀ ਹੋਣੀ ਹੈ, ਬਾਣੀ ਦਾ ਵਿਚਾਰ ਵੀ ਇੱਥੇ ਹੋਣਾ ਹੈ, ਬਾਣੀ ਦੇ ਵਿਚਾਰ ਦੇ ਨਾਲ ਉਹਦੀ ਰੋਸ਼ਨੀ ਵੀ ਤੁਹਾਡੇ ਅੰਦਰ ਇਹੀ ਪ੍ਰੇਰਣਾ ਕਰਨਗੇ। ਔਰ ਇੱਥੇ ਲਿਟਰਲ ਨਹੀਂ ਹੈ ਕੁਝ ਵੀ, ਲਿਟਰਲ ਤੇ ਮੇਰੇ ਇੱਥੇ ਆਉਣ ਦੀ ਲੋੜ ਹੀ ਨਹੀਂ ਹੈ, ਗੂਗਲ ਤੇ ਜਾ ਕੇ ਦੇਖ ਲਓ ਇਹਨਾਂ ਦੇ ਮੀਨਿੰਗ ਕੀ ਹਨ, ਪੂਰੇ ਜਪਜੀ ਦੇ ਮੀਨਿੰਗ ਤੁਹਾਨੂੰ 2 ਮਿੰਟਾਂ 'ਚ ਪੜ੍ਹ ਲਓਗੇ, ਉਹਦੇ ਆਉਣ ਦੀ ਲੋੜ ਨਹੀਂ ਹੈ। ਇੱਥੇ ਇਮੋਸ਼ਨਲ ਕੰਟੈਕਟ ਹੈ ਸਤਸੰਗਤ ਵਿੱਚ, ਇੱਥੇ ਪ੍ਰੇਰੇ ਜਾਓਗੇ ਤੁਸੀਂ, ਇੱਥੇ ਪ੍ਰੇਰਣਾ ਮਿਲੇਗੀ ਤੁਹਾਨੂੰ। ਉਹਨਾਂ ਨੂੰ ਜਦੋਂ ਕਲਗੀਧਰ ਚਮਤਕਾਰ ਪੜ੍ਹੋਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਲਗੀਧਰ ਪਿਤਾ ਨੂੰ ਮਿਲਣ ਦੀ ਆਸ ਜਾਗੇਗੀ ਤੁਹਾਡੇ ਅੰਦਰ। ਭਾਈ ਸਾਹਿਬ ਭਾਈ ਵੀਰ ਸਿੰਘ ਆਸ ਜਗਾ ਦਿੰਦੇ ਹਨ ਅੰਦਰ, ਇਹ ਰਾਈਟਰ ਦੀ ਐਬਿਲਿਟੀ ਹੈ ਆਸ ਜਗਾਉਣ ਦੀ। ਤੁਹਾਨੂੰ ਅਨੰਦਪੁਰ ਸਾਹਿਬ ਲੈ ਜਾਣਗੇ, ਤੁਹਾਨੂੰ ਲੱਗੇਗਾ ਗੁਰੂ ਤੁਹਾਡੇ ਨਾਲ ਬੈਠੇ ਹੋਏ ਹਨ, ਤੁਹਾਡੇ ਮਨ 'ਚ ਇੱਛਾ ਪੈਦਾ ਹੋਏਗੀ ਮੈਂ ਉਹਨਾਂ ਨੂੰ ਮਿਲਾਂ ਜਾ ਕੇ। ਜਦੋਂ ਵੱਡੇ ਰਾਗੀਆਂ ਨੂੰ ਸੁਣਦੇ ਹੋ, ਜਦੋਂ ਭਾਈ ਸੰਤਾ ਸਿੰਘ ਹੋਰੀ, ਭਾਈ ਸੁਮਨ ਸਿੰਘ, ਭਾਈ ਗੁਰਚਰਨ ਸਿੰਘ, ਇਹ ਜਿਹੜੇ ਵੱਡੇ ਜਿਹੜੇ ਪ੍ਰਮੁੱਖ ਜਿਹੜੇ ਇਹਨਾਂ ਦੇ ਕੀਰਤਨ ਵਿੱਚ ਖਿੱਚ ਕਿਉਂ ਹੈ? ਕਿਉਂਕਿ ਇਹ ਆਪ ਜੁੜੇ ਸਨ, ਆਪ ਸਾਰੇ ਜੁੜੇ ਹੀ ਬੰਦੇ ਦੂਸਰੇ ਨੂੰ ਜੋੜ ਸਕਦੇ ਹਨ। ਉਹਨਾਂ ਦੇ ਕੀਰਤਨ ਦੇ ਵਿੱਚ ਅਟਰੈਕਸ਼ਨ ਖਿੱਚ ਜਿਹੜੀ ਸੀ ਇਹੀ ਸੀ ਉਹਨਾਂ ਦੀ ਹੁੰਦੀ। ਸੁਰ ਤਾਲ ਤੇ ਉਹ ਤੇ ਬਾਲੀਵੁੱਡ ਦੇ ਹਰ ਸਿੰਗਰ ਲਗਾ ਲੈਂਦੇ ਨੇ, ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈ, ਸੁਰ ਤੇ ਉਹਨਾਂ ਦੇ ਵੀ ਤੇਜ਼ ਹੋਣ ਸਾਰੇ। ਸੋ ਇਹ ਦੋ ਚੀਜ਼ਾਂ ਆਈ ਕੈਨੋਟ ਅੰਡਰ ਐਮਫਸਾਈਜ਼, ਦੋ ਚੀਜ਼ਾਂ। ਤੁਹਾਡੇ ਕਿੰਨੀਆਂ ਬੰਦਿਆਂ ਨਾਲ ਸੰਗ ਤੁਹਾਡਾ, who do you see on a daily basis, which TV programs you watch on a daily basis, which books do you read on daily basis, which websites you go on daily basis, has a profound impact
on your life and has a profound impact whether you are going to be successful in this path or not. The more negative things you bring in your life, though, the more negative things you watch, you see, or you keep those. अगर ਤੁਹਾਡੀ friendship ਸਿਰਫ ਉਹਨਾਂ ਬੰਦਿਆਂ ਨਾਲ ਹੈ ਜਿਹੜੇ ਸਿਰਫ business oriented ਤੇ ਦੁਨਿਆਵੀ ਹਨ, ਇੱਥੇ ਪਹੁੰਚਣਾ ਮੈਂ ਹੁਣੇ ਕਹਿ ਦੇਣਾ ਨਾਮੁਮਕਿਨ ਹੈ। ਉਹ ਕੋਈ ਮੈਨੂੰ ਕਹਿ ਸਕਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, because I'm not interested, then that's fine. There is no issue there. ਕਿਉਂਕਿ ਉਹਦੇ ਘਰ ਕੋਈ ਕਮੀ ਨਹੀਂ ਹੈ। ਉਹਨੇ ਜੇ ਤੁਸੀਂ ਨਾ ਉਹਨੂੰ ਧਿਆਇਆ ਤੇ ਉਹਦੇ ਕੋਈ ਛੋਟਾ ਛੋਟਾ ਨਹੀਂ ਹੋ ਜਾਣਾ। ਜੇ ਤੁਸੀਂ ਉਹਨੂੰ ਧਿਆ ਕੇ ਉਹਨੂੰ ਵੱਡਾ ਨਹੀਂ ਕਰ ਲੈਣਾ, ਉਹਨੂੰ ਉਹ ਨਾ ਤੁਹਾਡੇ ਕਹਿਣ ਤੇ ਛੋਟਾ ਹੋਣਾ ਤੇ ਨਾ ਤੁਹਾਡੇ ਕਹਿਣ ਤੇ ਵੱਡਾ ਹੋਣਾ। ਤੁਹਾਡੇ ਅੰਦਰ ਬੈਠਾ ਹੋਇਆ ਬ੍ਰਹਮ ਜਿਹੜਾ ਵੈ। ਤੇ ਜਪਜੀ ਦੀ ਜਰਨੀ ਖਤਮ ਕਿੱਥੇ ਹੁੰਦੀ ਹੈ? ਜਪਜੀ ਦੀ ਜਰਨੀ ਐਂਡ ਕਿੱਥੇ ਹੁੰਦੀ ਹੈ? ਜਪਜੀ ਦੀ ਜਰਨੀ ਐਂਡ ਹੁੰਦੀ ਹੈ ਸੱਚਖੰਡ ਦੀ ਡਿਸਕ੍ਰਿਪਸ਼ਨ ਤੋਂ ਬਾਅਦ। ਤੇ ਸੱਚਖੰਡ ਕੀ ਹੈ? ਕੀ ਹੈ ਸੱਚਖੰਡ? ਵਾਟ ਇਜ਼ ਅ ਸਟੇਟ ਆਫ ਸੱਚਖੰਡ? ਕੋਈ ਫਿਜ਼ੀਕਲ ਜਗ੍ਹਾ ਤੇ ਨਹੀਂ ਹੈ, ਕੋਈ ਇਹ ਤੇ ਨਹੀਂ ਕੋਈ ਤਾਂ ਫਲਾਈਟ ਲੈ ਕੇ ਜਾਣਾ ਕਿਧਰੇ, ਜਾਂ ਕਿਧਰੇ ਕੋਈ ਫਿਜ਼ੀਕਲ ਸਪਾਟ ਹੋਵੇ ਸਪੇਸ ਦੇ ਅੰਦਰ ਕਿਤੇ ਇਹ ਸੱਚਖੰਡ ਹੈ। ਦੇयर इज नो ਸੱਚ ਥਿੰਗ। ਬਾਣੀ ਦੇ ਹਿਸਾਬ ਨਾਲ ਤੇ ਨਹੀਂ ਹੈ ਐਟਲੀਸਟ। ਤਾਂ ਸੱਚਖੰਡ ਕੀ ਹੈ ਫਿਰ? ਸੱਚਖੰਡ ਦੀ ਪ੍ਰਾਪਤੀ ਕੀ ਹੈ? ਕੀ ਹੈ ਸੱਚਖੰਡ ਦੀ ਪ੍ਰਾਪਤੀ? One with God is I want a more detailed description though. I want a more finite answer to this question. Vijay? You've gone through the end and now. So what has changed in Sachkhand then? You don't go back. नहीं, उस तो भी आगे और हाँ जी हाँ. Nothing impacts you. Basically, you're disconnected with one and all. Yeah, but उस तो आगे और उस तो भी आगे और ਇਹ ਸਾਰੀਆਂ ਕਰਮਖੰਡ ਦੀਆਂ ਗੱਲਾਂ ਨੇ ਸਾਰੀਆਂ। He reveals himself to you. Nobody said that answer. He is revealed. ਇੱਥੇ ਬੈਠਦਿਆਂ ਹੋਇਆਂ ਹਰ ਇੱਕ ਵਿੱਚੋਂ ਉਹਦਾ ਪ੍ਰਕਾਸ਼ ਤੁਹਾਨੂੰ ਅੱਖਾਂ 'ਚ ਤੁਹਾਡੇ ਚਮਕੇਗਾ, ਤੁਹਾਡਾ ਉਹਦੇ 'ਚ ਸੱਚਖੰਡ ਵਿੱਚ ਜਿਹੜਾ ਕਰਮਖੰਡ 'ਚ ਚਮਕਣ ਵਾਲਾ ਹੈ, ਚਮਕਿਆ ਨਹੀਂ ਹਾਲੇ। ਉਹ ਆਪਣੇ ਆਪ ਨੂੰ ਰਿਵੀਲ ਕਰ ਦਿੰਦਾ ਭਗਤਾਂ ਦੇ ਸਾਹਮਣੇ। ਫਿਰ ਉਹ ਜਿੱਥੇ ਦੇਖਦਾ ਉਹਦੀ ਲੋ ਜਿਹੜੀ ਹੈ ਉਹਦੇ ਅੰਦਰ ਪ੍ਰਕਾਸ਼ਿਤ ਹੁੰਦੀ ਹੈ, ਬਿਕਾਜ਼ ਉਹ ਉਸ ਦੇ ਵਿੱਚੋਂ ਮਹਿਸੂਸ ਨਹੀਂ ਕਰਦਾ, ਉਹ ਪ੍ਰਤੱਖ ਦੇਖਦਾ ਹੈ ਹਰ ਚੀਜ਼ ਵਿੱਚ। ਉਹ ਸੱਚਖੰਡ ਹੈ, ਉਹ ਸਟੇਜ ਹੈ, ਉਹ ਲਾਸਟ ਸਟੇਜ ਹੈ ਜਦੋਂ ਉਹ ਆਪਣੇ ਆਪ ਨੂੰ ਪਰਦਾ ਹਟਾ ਕੇ ਭਗਤ ਨੂੰ ਖੁਦ ਰਿਵੀਲ ਕਰ ਦਿੰਦਾ। ਦੇਖ ਲੈ ਮੈਨੂੰ, ਮੈਂ ਹਰ ਇੱਕ ਵਿੱਚ ਹਾਂ। ਹੁਣ ਤਾਂ ਸਿਰਫ ਮਹਿਸੂਸ ਕਰ ਸਕਦਾ, ਮਹਿਸੂਸ ਨਹੀਂ ਹੈ, ਉਹ ਦੇਖਦਾ ਹੈ, ਉਹ ਉੱਥੇ ਚਲਾ ਜਾਂਦਾ ਉਸ ਪੁਆਇੰਟ ਦੇ ਉੱਤੇ। ਔਰ ਯਾਦ ਰੱਖਣਾ, ਇਹ ਸਿੱਖੀ ਦੇ ਵਿੱਚ ਸੱਚਖੰਡ ਮਰਨ ਤੋਂ ਬਾਅਦ ਨਹੀਂ ਹੈ। ਇਹ ਵੀ ਧਿਆਨ ਰੱਖਣਾ। ਹਾਂ, ਅਸੀਂ ਕਾਮਨਲੀ ਕਹਿੰਦੇ ਹੁੰਦੇ ਹਾਂ ਜਦੋਂ ਕੋਈ ਕਿਸੇ ਦੀ ਡੈਥ ਹੋ ਜਾਏ ਸੱਚਖੰਡ ਵਾਸੀ ਜਾਂ ਸੱਚਖੰਡ ਵਿੱਚ ਵਾਸਾ ਦੇਣਾ, ਲੇਕਿਨ ਉਹ ਤੁਹਾਡੇ ਕਰਮ ਡਿਸਾਈਡ ਕਰਦੇ ਨੇ। ਇੱਥੇ ਨਹੀਂ ਹੈ, ਇੱਥੇ ਜੀਂਦਿਆਂ ਹੈ ਜੋ ਹੈ। ਜੇ ਇੱਥੇ ਜਨਮ ਮਰਨ ਇੱਥੇ ਜੀਂਦਿਆਂ ਹੋਏ ਆ, ਤੁਹਾਨੂੰ ਜਿਹੜਾ ਵੈ ਉਹ ਜੀਵਨ ਮੁਕਤ ਵਾਲੀ ਅਵਸਥਾ 'ਚ ਆ ਕੇ ਸੱਚਖੰਡ ਪਹੁੰਚਣਾ ਹੈ ਤੁਹਾਨੂੰ। ਮਰਨ ਤੋਂ ਬਾਅਦ ਨਹੀਂ। ਮਰਨ ਤੋਂ ਬਾਅਦ ਇੱਕ ਤਾਂ ਹੋ ਹੀ ਜਾਣਾ ਉਹਦੇ ਨਾਲ, ਉਹਦੇ ਕੋਈ ਵੈਲਿਊ ਨਹੀਂ ਉਹਦੀ ਕੋਈ। ਉੱਥੇ ਕੋਈ ਉਹਦੀ ਕੋਈ ਬਹੁਤੇ ਵੈਲਿਊ ਨਹੀਂ ਦਿੱਤੀ ਗਈ। ਇੱਥੇ ਆਫਟਰ ਡੈਥ ਸਿਨਾਰੀਓ ਤੇ ਕੁਝ ਨਹੀਂ ਹੈ। ਇੱਥੇ ਸੱਚਖੰਡ ਦੀ ਪ੍ਰਾਪਤੀ ਇਸ ਜੀਵਨ ਵਿੱਚ ਮਰਨ ਤੋਂ ਪਹਿਲੇ ਜਿਹਨੂੰ ਹੋਵੇ, ਉਹ ਗੋਲ ਹੈ ਜਪਜੀ ਦਾ। ਜਦੋਂ ਪ੍ਰਮਾਤਮਾ ਤੁਹਾਨੂੰ ਖੁਦ ਟੋਟਲ ਇੱਕ ਰਿਵੀਲ ਹੋ ਜਾਏ ਤੁਹਾਨੂੰ, ਬਿਲਕੁਲ ਤੁਹਾਡੇ ਅੱਖੋਂ 'ਚੋਂ ਪਰਦਾ ਹਟ ਜਾਏ ਬਿਲਕੁਲ ਅੱਗੋਂ, ਫਿਰ ਨਜ਼ਰ ਕੁਛ ਆਏ ਨਾ ਹੋਰ ਸਵਾਏ ਬ੍ਰਹਮ ਦੇ, ਹੋਰ ਕੁਛ ਹਰ ਇੱਕ ਵਿੱਚੋਂ ਨਹੀਂ, ਹਰ ਕਣ ਕਣ ਵਿੱਚ ਉਹਦਾ ਪ੍ਰਕਾਸ਼ ਤੁਹਾਡੇ ਹਿਰਦੇ 'ਚ ਹੋਵੇ। ਸੋ ਉਹ ਅਵਸਥਾ ਜਿਹੜੀ ਹੈ ਉਹ ਉੱਥੇ ਫਿਰ ਜਪਜੀ ਦੀਆਂ ਉਹ ਜਿਹੜੀਆਂ ਅਖੀਰਲੀਆਂ ਪੌੜੀਆਂ ਵਿੱਚ ਉਹ ਕਲੈਰਿਟੀ ਦਿੱਤੀ ਉਹਦੀ ਅਗਮ ਲੋ ਵਾਲੀ, ਉੱਥੇ ਉਸ ਲੋ ਵਾਲੀ ਉਹਦੇ 'ਚ ਉੱਥੇ ਫਿਰ ਹਰ ਤਰ੍ਹਾਂ ਦੇ ਭਗਤ ਉੱਥੇ ਜਿਸ ਤਿੰਨਾਂ ਲੋਕਾਂ ਦੇ ਭਗਤ ਜਿੱਥੇ ਵਸਦੇ ਹੋਣ, ਜਿੱਥੇ ਭਗਤਾਂ ਦੀ ਹੁੰਦੀ ਹੈ ਨਾ ਖਾਲੀ, ਹਰ ਇੱਕ ਨੂੰ ਨਹੀਂ ਹੋ ਸਕਦੀ, ਹਰ ਇੱਕ ਨੂੰ ਰਿਵੀਲ ਨਹੀਂ ਹੋ ਸਕਦਾ ਉਹ ਚੀਜ਼। ਔਰ ਇਹ ਪੁਰਾਣਿਕ ਕਥਾ ਵਿੱਚੋਂ ਵੀ ਦੇਖ ਲਓ ਤੇ ਮਾਡਰਨ ਬੜੇ ਹਰ 10 ਬੰਦੇ ਬੈਠੇ ਹੋਣਗੇ, ਹਰ 10 ਬੰਦੇ ਨੂੰ ਸੇਮ ਐਕਸਪੀਰੀਐਂਸਿਸ ਨਹੀਂ ਹੋ ਪਾਉਂਦੇ, ਸੋ ਇਹ ਇੱਥੇ ਮਹਾਭਾਰਤ ਵਿੱਚੋਂ ਅਗਰ ਪੁਰਾਣਾ ਵਿੱਚੋਂ ਲਵੋਗੇ ਤੇ ਬੜੀਆਂ ਐਗਜ਼ਾਮਪਲ ਤੁਹਾਨੂੰ ਮਿਲਣਗੀਆਂ, ਗੁਰਮਤ ਵਿੱਚੋਂ ਬੜੀਆਂ ਐਗਜ਼ਾਮਪਲ ਮਿਲਣਗੀਆਂ ਤੁਹਾਨੂੰ ਇਸ ਚੀਜ਼ ਦੀਆਂ। ਜਿਹੜੇ ਸੱਚਖੰਡ ਪਹੁੰਚੇ ਹਨ, ਜਿਹੜੇ ਉਸ ਲੈਵਲ ਤੇ ਪਹੁੰਚੇ ਹਨ, ਉਹਨਾਂ ਨੂੰ ਰਿਵੀਲ ਹੁੰਦੇ ਹਨ, ਉਹਨਾਂ ਨੂੰ ਇਸ ਗੱਲ ਦੀ ਹੁੰਦੀ ਹੈ ਅੰਦਰੋਂ। Let me go over let me see if any
And if any questions though on what we talked about, but I just want to summarize the entire discussion and wait another 5 seconds if you have any question from the class or from the Zoom wale group cho. Any questions, Simar? Nobody has any questions so far? Okay. Let me read the podi. War number 6 the 5th portion है जी, 5वां stanza है war number 6 ਦਾ. I'm sorry? If you have any questions, please unmute yourself and ask the question. I'll wait another few more seconds, just in case. है कोई question? One question. हाँ, sure. What's the question? How do you identify? आवाज़ नहीं आ रही ठीक. How do you identify this beautiful sunset? I could not comprehend that at all. And What's the question again? I'm sorry. how to identify anything to look in it? Can you type in the question? Go type column and some नहीं आ रही. The Wi-Fi connection is not good, so type on it. Really, if you I'm not in a place where I can say be on. okay. Now I can hear you, Virji. Go ahead. I can listen to you. I'm hearing you, Virji. Continue. How do you? I'm asking, how do you identify ये जो जुड़े हुए होंगे ने, these members? How do you identify these people in the Sangat, Virji? There is no way to identify. However, ਉਹਨਾਂ ਦੀ ਚਾਲ ਚਲਨ ਤੋਂ, ਉਹਨਾਂ ਦੇ ਬਿਹੇਵੀਅਰ ਤੋਂ, ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਅੰਦਾਜ਼ੇ ਲੱਗ ਜਾਂਦੇ ਹਨ ਕਿ ਇਹ ਗੁਰੂ ਓਰੀਐਂਟਡ ਔਰ ਗੁਰਮੁਖ ਬੰਦੇ ਹਨ ਕਿ ਨਹੀਂ. ਉਹ ਕਿਸੇ ਦੀ ਨਿੰਦਿਆ ਕਰਦੇ ਨੇ ਕਿ ਨਹੀਂ ਕਰਦੇ, ਝੂਠ ਕਿੰਨਾ ਕੋ ਬੋਲਦੇ ਨੇ, ਉਹਨਾਂ ਦੀ ਗੱਲ ਕਰਨ ਤੋਂ, ਸਟਾਈਲ ਤੋਂ, ਉਹਨਾਂ ਦੇ ਬਿਹੇਵੀਅਰ ਤੋਂ, ਉਹਨਾਂ ਦੀ ਬਾਡੀ ਲੈਂਗੁਏਜ ਤੋਂ. ਫਿਰ ਗੁਰਬਾਣੀ ਵਿੱਚ ਵੀਰ ਜੀ ਬੜੀ ਜਗ੍ਹਾ ਇਹਦੇ ਟੈਸਟ ਲਿਖੇ ਹੋਏ ਹਨ. ਸ਼ਲੋਕ ਸੰਸਕ੍ਰਿਤੀ 'ਚ ਇੱਕ ਸ਼ਲੋਕ ਆਉਂਦਾ ਹੈ ਜਿਹਦੇ ਵਿੱਚ ਪੰਡਿਤ ਕੁਐਸਚਨ ਕਰਦੇ ਹਨ ਮਹਾਰਾਜ ਨੂੰ, ਸੇਮ ਐਗਜ਼ੈਕਟ ਕੁਐਸਚਨ ਤੁਹਾਡੇ ਵਾਲਾ ਕਿ ਅਸੀਂ ਪਛਾਣਾਂਗੇ ਕਿ ਕੋਈ ਸੱਚਾ ਸੰਤ ਹੋਵੇ. ਮਹਾਰਾਜ ਸੰਤਾਂ ਦੇ ਲੱਛਣ ਦੱਸੋ ਤੁਸੀਂ. ਤੇ ਉੱਥੇ ਉਹਨਾਂ ਦੇ ਲੱਛਣ ਖਟ ਲੱਛਣ ਪੂਰਨ ਪੁਰਖਾ ਵਰਡ ਆਏ ਹਨ. ਤੇ ਉੱਥੇ 6 ਲੱਛਣ ਦੱਸੇ ਹਨ ਪੂਰਨ ਪੁਰਖ ਦੇ, 6 ਕੁਆਲਿਟੀਜ਼ ਦੱਸੀਆਂ ਹਨ ਉੱਥੇ. ਗੁਰਬਾਣੀ ਵਿੱਚ 12 ਮਾਹ ਵਿੱਚ ਵੀ ਡਿਸਕਸ਼ਨ ਆਉਂਦੀ ਹੈ ਇਹਦੇ ਉੱਤੇ, ਗੁਰੂ ਦੀ ਡੈਫੀਨੇਸ਼ਨ ਦੇ ਉੱਤੇ. ਸੋ ਬੜੀ ਜਗ੍ਹਾ ਗੁਰਬਾਣੀ ਵਿੱਚ ਇਹੋ ਜਿਹੇ ਉਹਨਾਂ ਦੇ ਪੂਰਨ ਪੁਰਖ ਦੇ ਡੈਫੀਨੇਸ਼ਨ ਜਿਹੜੀ ਹੈ ਆਉਂਦੀ ਹੈ. ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਵਿੱਚ ਵੀ ਆਉਂਦੀ ਹੈ, ਸਾਧ ਵਾਲੀ ਅਸ਼ਟਪਦੀ ਵਿੱਚ ਵੀ ਆਉਂਦੀ ਹੈ, ਸੁਖਮਨੀ ਸਾਹਿਬ ਦੇ ਵਿੱਚ ਕਿ ਇਹ ਕੁਆਲਿਟੀ ਨਜ਼ਰ ਆਉਂਦੀਆਂ ਨੇ. ਤੇ ਵੈਸੇ ਜਨਰਲੀ ਵੀਰ ਜੀ ਇਹੋ ਜਿਹੇ ਬੰਦੇ ਤੁਹਾਡੇ ਮਨ ਨੂੰ ਛੂ ਜਾਂਦੇ ਹਨ, ਜਨਰਲੀ ਸਪੀਕਿੰਗ, ਦੇ ਟੱਚ ਯੋਰ ਹਾਰਟ, ਕਿਉਂਕਿ ਉਹ ਤੁਸੀਂ ਬਚ ਨਹੀਂ ਸਕਦੇ ਉਹਨਾਂ ਤੋਂ. ਕਿਉਂਕਿ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਵਰਡ ਆਏ ਹਨ ਸੁਖਮਨੀ ਵਿੱਚ. ਉੱਥੇ ਉਹ ਛੁਪੇ ਨਹੀਂ ਰਹਿ ਸਕਦੇ ਕਦੀ, ਭਗਤ ਛੁਪੇ ਨਹੀਂ ਰਹਿ ਸਕਦੇ. ਪਰਮਾਤਮਾ ਦੇ ਉਹ ਜੇ ਬੰਦੇ ਜਿੰਨਾ ਵੀ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨਗੇ ਉਹ ਪ੍ਰਗਟ ਹੋ ਜਾਣਗੇ ਸਾਹਮਣੇ. ਗੱਲ ਕਰਦਿਆਂ ਹੀ ਪਤਾ ਲੱਗ ਜਾਏਗਾ ਵੀ ਇਹ ਬੰਦਾ ਹੋਰ ਕਿਸਮ ਦਾ, ਇਹ ਬੰਦਾ ਹੋਰ ਕਿਸਮ ਦਾ, ਉਹ ਬੰਦਾ ਹੋਰ ਕਿਸਮ ਦਾ ਹੈ. ਸੋ ਤੁਹਾਡਾ ਮਨ ਤੁਹਾਨੂੰ ਖੁਦ ਦੱਸ ਦੇਗਾ, ਉਹਨਾਂ ਦੀ ਬਾਡੀ ਲੈਂਗੁਏਜ. ਔਰ ਉਹਨਾਂ 'ਚ ਇਹ ਚੀਜ਼ਾਂ ਬੜੀਆਂ ਕਾਮਨ ਹੋਣਗੀਆਂ ਕਿ ਉਹਨਾਂ ਦੀ ਉਹ ਪੂਰੀ ਲਾਈਫ ਆਪਣੀ ਡੈਡੀਕੇਟ ਕਰਦੇ ਹਨ ਕਿ ਦੂਸਰੇ ਜਿਹੜੇ ਹਨ ਕਿਸੇ ਵੀ ਤਰੀਕੇ ਦੇ ਨਾਲ ਉਸ ਨਾਮ ਦੇ ਪਿਆਰ ਵਿੱਚ ਜੁੜਨ ਜਾਂ ਕਿਸੇ ਵੀ ਤਰੀਕੇ ਨਾਲ ਮਿਲ ਜਾਣ. ਉਹਨਾਂ ਨੂੰ ਪੈਸੇ ਦਾ, ਉਹਨਾਂ ਨੂੰ ਇਹ ਸਭ ਚੀਜ਼ਾਂ ਦਾ ਬਹੁਤਾ ਫਿਕਰ ਨਹੀਂ ਹੁੰਦਾ, ਬਹੁਤ ਲਾਲਚ ਨਹੀਂ ਹੁੰਦਾ ਉਹਨਾਂ ਨੂੰ. ਸੋ ਇਹ ਤੁਹਾਡਾ ਮਨ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਇਹ ਇਸ ਬੰਦੇ ਦੇ ਅੰਦਰ ਕੁਛ ਨਹੀਂ ਹੈ. ਹੀ ਜਸਟ ਵਾਂਟਸ ਅਸ ਟੂ ਗੈਟ ਕਨੈਕਟਡ, ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੀ ਜੀਵਨ ਜੀਂਦੇ ਹਨ. ਅਤੇ ਗੁਰਬਾਣੀ 'ਚ ਬੜੀ ਜਗ੍ਹਾ ਉਹਨਾਂ ਦੇ ਗੁਣ ਨਿਰੂਪਣ ਕੀਤੇ ਗਏ ਹਨ. ਤੁਸੀਂ ਪੜ੍ਹ ਸਕਦੇ ਹੋ ਖੁਦ ਆਪ. ਆਈ ਹੋਪ that helped, Let me read out the var here. ਪਵਨ ਗੁਰੂ ਗੁਰੂ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ. ਇਹ ਪਹਿਲੀਆਂ 2 ਲਾਈਨਾਂ ਹਨ.
ਪਵਨ ਗੁਰੂ ਗੁਰੂ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਮੈਂ ਲਾਸਟ ਟਾਈਮ ਵੀ ਕਿਹਾ ਹੋਇਆ ਸੀ ਗੱਲ। ਤੇ ਪਵਨ ਵਿੱਚ ਹਵਾ ਪ੍ਰਾਣ ਹਨ ਜਿਹੜੇ, ਜਿਹਦੇ ਥਰੂ ਵੌਇਸ ਵੀ ਟਰੈਵਲ ਕਰਦੀ ਹੈ ਔਰ ਕੰਨਾਂ ਦੇ ਥਰੂ ਟਰੈਵਲ ਕਰਦੀ ਹੈ। ਕੰਨ ਸੁਣਦੇ ਹਨ ਉਸ ਗੱਲ ਨੂੰ, ਗੁਰੂ ਦਾ ਉਪਦੇਸ਼ ਸੁਣਦੇ ਹਨ। ਤੇ ਜਿਸ ਤਰ੍ਹਾਂ ਗੁਰੂ ਦਾ ਉਪਦੇਸ਼ ਤੇਰੇ ਵਾਸਤੇ ਇਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਪਵਨ ਪ੍ਰਾਣ ਤੇਰੇ ਜੀਵਨ ਵਿੱਚ ਹੈ। पवन गुरु गुरु शब्द है, गुरु का शब्द ही पवन है। क्यों पवन है गुरु का शब्द? क्योंकि पवन बिना इंसान मर जाता है, स्वाह ले बिना इंसान मर जाता है। इसी वास्ते तू गुरु सिक्ख्या तो विहूणा जदों होवे ते मर जाए। गुरु सिक्ख्या तेरे जीवन का आधार होवे, गुरु सिक्ख्या तेरे जीवन के अंदरों अस्तंभ होवे तेरा, जिहदे उत्ते तू खड़ा होया होवे। जे ना होवे तू गिर जाए, तू मर जाए तू। पवन गुरु गुरु शब्द है, वाहिगुरु गुर शब्द सुनाया, क्योंकि वाहिगुरु ने गुरु नूं ਉਹ ਸ਼ਬਦ ਸੁਣਾਇਆ ਹੈ ਜਿਹੜਾ ਸ਼ਬਦ ਗੁਰੂ ਤੁਹਾਨੂੰ ਦੇ ਰਹੇ ਹਨ। ਉਹ ਵਾਹਿਗੁਰੂ ਤੋਂ ਆਇਆ ਹੈ ਸ਼ਬਦ, ਬਾਣੀ ਰਿਵੀਲ ਹੋਈ ਹੈ ਗੁਰੂਆਂ ਨੂੰ। ਤੇ ਪਾਣੀ ਪਵਿੱਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ। ਤੇ ਪਾਣੀ ਜਿਹੜਾ ਵੈ ਉਹ ਪਿਤਾ ਵਾਂਗੂ ਨਿਰਮਲ ਤੇ ਪਵਿੱਤਰ ਹੈ, ਜਿਸ ਨੇ ਇਹ ਪੰਥ ਗੁਰੂ ਨਾਨਕ ਦੀ ਫਾਊਂਡੇਸ਼ਨ ਹੀ ਇਸ ਪੰਥ ਦੀ ਨਿਵਾਣ ਤੇ ਚਲਾਉਣ ਵਾਲੀ ਹੈ। ਨੀਵੇਂ ਤੋਂ ਨੀਵਾਂ ਬਣ ਕੇ ਰਹਿ ਤੇ ਸਭ ਦਾ ਸੇਵਕ ਬਣ ਕੇ ਰਹਿ। ਦਸਮ ਪਿਤਾ ਨੇ ਇੱਕ ਬੜਾ ਸਪੈਸ਼ਲ ਵਰਡ ਯੂਜ਼ ਕੀਤਾ ਆਪਣੀ ਬਾਣੀ ਵਿੱਚ, ਉਹ ਹੈ ਖਾਲਸਾ ਅਕਾਲ ਪੁਰਖ ਕੀ ਫੌਜ। ਉਹਨੇ ਲੈਟਸ ਜਸਟ ਸਟਾਪ ਹੇਅਰ ਫॉर ਅ ਸੈਕਿੰਡ ਦੋ। ਇੱਕ ਤੇ ਪ੍ਰਮਾਤਮਾ ਹੋਵੇ ਆਪ, ਜਿਹੜਾ ਸਭ ਤੋਂ ਵੱਡਾ ਕ੍ਰੀਏਟਰ ਹੋਵੇ, ਤੇ ਉਹਨੂੰ ਫੌਜ ਦੀ ਕਿਹੜੀ ਲੋੜ ਪੈ ਗਈ ਦੱਸੋ? ਵਾਈ ਡਜ਼ ਹੀ ਨੀਡ ਐਨ ਆਰਮੀ? ਹੀ ਕ੍ਰੀਏਟਡ ਐਵਰੀਬਡੀ। ਤੇ ਖਾਲਸਾ ਅਕਾਲ ਪੁਰਖ ਕੀ ਫੌਜ ਕਿਸ ਬਣ ਗਈ ਫਿਰ? ਫੌਜ ਦੀ ਤੇ ਲੋੜ ਹੀ ਨਹੀਂ ਉਹਨੂੰ ਕੋਈ। ਵਾਈ ਡਜ਼ ਗॉड ਨੀਡ ਐਨ ਆਰਮੀ? ਉਹ ਤਾਂ ਕ੍ਰੀਏਟਰ ਜਦੋਂ ਮਰਜੀ ਪਸੰਦ ਕਰਦੇ ਪੂਰੀ ਦੁਨੀਆ ਨੂੰ, ਜਿਹਨੂੰ ਮਰਜੀ ਮਾਰ ਦੇ, ਜਿਹਨੂੰ ਮਰਜੀ ਜਿੰਦਾ ਕਰ ਲੈ, ਜਿਹਨੂੰ ਮਰਜੀ ਅੱਖਾਂ ਲੈ ਲਵੇ, ਜਿਹਦੀਆਂ ਜੋ ਮਰਜੀ ਕੁਛ ਵੀ ਕਰ ਲਵੇ। ਤੇ ਖਾਲਸਾ ਅਕਾਲ ਪੁਰਖ ਕੀ ਫੌਜ ਕਿੰਝ ਬਣ ਗਈ ਫਿਰ? ਮੈਂ ਰੁਕ ਗਿਆ ਇੱਥੇ ਬਿਕੋਜ਼ ਇੱਥੇ ਭਾਈ ਸਾਹਿਬ ਯੂਜ਼ਸ ਦਿਸ ਵਰਡ ਹੇਅਰ, ਗੁਰਮੁਖ ਪੰਥ ਨਿਵਾਣ ਚਲਾਇਆ। ਇਹੋ ਜਿਹੇ ਗੁਰਮੁਖ ਪੰਥ ਨੂੰ, ਜਿਹੜਾ ਨਿਵਾਣ ਦੀ ਤਰਫ ਜਾਣ ਵਾਲਾ ਪੰਥ ਸਿੱਖੀ ਧਰਮ, ਇਹ ਗੁਰਮਤ ਵਾਲਾ ਧਰਮ ਚਲਾਇਆ ਉਹਨਾਂ ਨੇ। ਤੇ ਅੱਗੇ ਜਾ ਕੇ 10ਵੇਂ ਜਾਮੇ ਵਿੱਚ ਤੇ ਬਹੁਤ ਵੱਡੀ ਗੱਲ ਕਹਿ ਦਿੱਤੀ ਕਿ ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਖਾਲਸਾ ਅਕਾਲ ਪੁਰਖ ਕੀ ਫੌਜ ਕਿਸ ਤਰ੍ਹਾਂ ਹੋਈ? ਕੈਨ ਸਮਬਡੀ ਥਰੋ ਸਮ ਲਾਈਟ ਔਨ ਇਟ ਦੋ? ਵਾਟ ਇਜ਼ ਇਟ ਮੇਕਸ ਇਟ ਖਾਲਸਾ ਅਕਾਲ ਪੁਰਖ ਕੀ ਫੌਜ? ਉਸ ਤੋਂ ਇਲਾਵਾ ਹੋਰ ਆਪਣੀ ਸੁਰਤ ਨੂੰ ਹੋਰ ਉੱਚਾ ਕਰੋ। ਉਸ ਤੋਂ ਉੱਚੀ ਗੱਲ ਹੈ, ਬਹੁਤ ਉੱਚੀ ਗੱਲ ਕੀਤੀ ਹੈ। ਦੇ ਬਨੇ ਕਿ ਅਕਾਲ ਪੁਰਖ ਦੀ ਫੌਜ ਕਿਉਂ ਹੈ ਖਾਲਸਾ? ਹੈ ਅਤੇ ਫੌਜ ਕੀ, ਫੌਜ ਦਾ ਕੰਮ ਕੀ ਹੁੰਦਾ? ਦੂਸਰੇ ਨੂੰ ਪ੍ਰੋਟੈਕਸ਼ਨ ਦੇਣਾ। ਪ੍ਰਮਾਤਮਾ ਨੇ ਆਰਮੀ ਭੇਜੀ ਹੈ ਖਾਲਸਾ ਨੂੰ ਥੱਲੇ, ਜਿਹੜੇ ਦਬਾਉਣ ਵਾਲੇ ਹਨ ਉਹ ਦੱਬੇ ਨਾ ਜਾ ਸਕਣ। ਤੁਸੀਂ ਰੈਪਰੈਜ਼ੈਂਟੇਟਿਵ ਹੋ ਉਸ ਦੇ ਫੌਜ ਦੇ। ਜਿਸ ਤਰ੍ਹਾਂ ਫੌਜ ਰੈਪਰੈਜ਼ੈਂਟੇਟਿਵ ਰਾਜੇ ਦੀ ਹੁੰਦੀ ਹੈ, ਤੇ ਰਾਜਾ ਆਪਣੀ ਕਿੰਗਡਮ ਨੂੰ ਪ੍ਰੋਟੈਕਟ ਕਰਨ ਵਾਸਤੇ ਫੌਜ ਰੱਖਦਾ ਹੈ, ਤਾਂ ਕਿ ਬਾਹਰਲੇ ਹਮਲਾ ਨਾ ਕਰ ਸਕਣ, ਕਿਸੇ ਨੂੰ ਦੁੱਖ ਨਾ ਪਹੁੰਚਾ ਸਕਣ, ਪ੍ਰਜਾ ਨੂੰ ਕੋਈ ਦੁੱਖ ਨਾ ਦੇ ਸਕੇ। ਤੇ ਪ੍ਰਮਾਤਮਾ ਨੇ ਫੌਜ ਭੇਜੀ ਹੈ ਥੱਲੇ ਖਾਲਸਾ ਰੂਪ ਵਿੱਚ, ਕਿ ਪੂਰੀ ਦੁਨੀਆ ਦੀ ਪ੍ਰੋਟੈਕਸ਼ਨ ਵਾਸਤੇ। ਜਿੱਥੇ ਕੋਈ ਮਜ਼ਮੂਨ ਹੋਏਗਾ, ਜਿੱਥੇ ਕੋਈ ਭੁੱਖਾ ਹੋਏਗਾ, ਜਿੱਥੇ ਕੋਈ ਨਾ ਪੜ੍ਹਿਆ ਲਿਖਿਆ ਹੋਏਗਾ, ਜਿੱਥੇ ਕੋਈ ਦਾਲ ਰੋਟੀ ਕਿਤੇ ਲੋੜ ਪਏਗੀ, ਕੰਬਲ ਦੀ ਲੋੜ ਪਏਗੀ, ਅਧਿਆਤਮਿਕ ਤਰ੍ਹਾਂ ਤੇ ਲੋੜ ਪਏਗੀ, ਪੋਲੀਟੀਕਲ ਤਰ੍ਹਾਂ ਦੀ ਲੋੜ ਪਏਗੀ, ਖਾਲਸਾ ਅੱਗੇ ਲੜੇਗਾ। ਖਾਲਸੇ ਨੇ ਆਪਣੇ ਇੰਟਰਸਟ ਪਿੱਛੇ ਰੱਖਣੇ ਹਨ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਤਾਂ ਹੀ ਉਹਦੇ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਇਸ ਵਾਸਤੇ, ਕਿਉਂਕਿ ਪ੍ਰਗਟ ਹੋਇਆ ਹੈ ਆਪਣੀ ਮੌਜ ਨਾਲ, ਆਪਣੀ ਖੁਸ਼ੀ ਨਾਲ ਪ੍ਰਗਟ ਹੋਇਆ ਹੈ। ਇਸ ਵਾਸਤੇ 550 ਸਾਲ ਪੁਰਾਣੀ ਮੁਗਲ ਇੰਪਾਇਰ ਡਗਮਗਾ ਗਈ। ਉਹਨਾਂ ਦੇ ਅਕਾਲ ਚਲਾਣੇ, ਉਹਨਾਂ ਦੇ ਜਾਣ ਤੋਂ ਵਿਦਿਨ 60 years ਦੀ ਨੀਆਂ ਹਿਲ ਗਈਆਂ ਮੁਗਲ ਇੰਪਾਇਰ ਦੀਆਂ ਹਮੇਸ਼ਾ ਵਾਸਤੇ। ਔਰ ਹਮੇਸ਼ਾ ਵਾਸਤੇ ਨਾਰਥ ਵੈਸਟਰਨ ਫਰੰਟੀਅਰ ਤੋਂ ਅਟੈਕ ਹੋਣੇ ਬੰਦ ਹੋ ਗਏ, ਪਰਮਾਨੈਂਟ ਸਟਾਪ ਹੋ ਗਏ। ਲਾਸਟ ਅਟੈਕ 1891 1897 ਵਿੱਚ ਹੋਇਆ, ਅਬਦਾਲੀ ਦਾ ਪੋਤਰੇ ਨੇ ਜਦੋਂ ਕੀਤਾ, ਜਦੋਂ ਸ਼ਾਹ ਜ਼ਮਾਨ। ਸੋ ਇਹ ਅਕਾਲ ਪੁਰਖ ਕੀ ਫੌਜ ਹੈ ਇਸ ਵਾਸਤੇ, ਕਿਉਂਕਿ ਪੰਥੀ ਨਿਵਾਣ ਦੀ ਤਰਫ ਚਲਾਉਣ ਵਾਸਤੇ ਬੁਲਾਇਆ ਨਾ ਉਹਨਾਂ ਨੇ। ਦੇਖੋ ਮੈਂ ਦੁਬਾਰਾ ਪੜ੍ਹਨਾ। ਪਾਣੀ ਪਿਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ, ਧਰਤੀ ਮਾਤ ਮਹਤ ਕਰ ਓਤ ਪੋਤ ਸੰਜੋਗ ਬਣਾਇਆ। ਤੇ ਓਤ ਪੋਤ ਕੀ ਹੁੰਦਾ ਹੈ? ਵਾਟ ਇਜ਼ ਓਤ ਪੋਤ? ਬਾਣੀ ਬੜੀ ਵਾਰੀ ਵਰਡ ਆਇਆ ਓਤ ਪੋਤ, ਬਹੁਤ ਵਾਰੀ ਆਇਆ ਵਰਡ।
ਆਫਨ ਕੋਟਡ ਸੈਮਿਲੀ ਦਿੱਤੀ ਹੈ ਓਤਪੋਤ ਦੀ। ਓਤਪੋਤ ਕੀ ਹੈ? ਤਾਣਾ ਪੇਟਾ। ਤਾਂ ਜਦੋਂ ਬੁਣਦੇ ਨੇ, ਜਦੋਂ ਕੱਪੜਾ, ਜਦੋਂ when the cloth is spun, दोनों तरफ होता है, एक पहले इस तरफ horizontal spun होता है cloth, फिर ऐसा कर देते हैं। And the closer it is though, the finer the quality है ना। ਹੁਣ ਵੀ ਜਦੋਂ ਬੈਡਸ਼ੀਟ ਲੈਣ ਜਾਓ ਤੇ ਮੈਨੂੰ ਯਾਦ ਹੈ ਰਿਤੂ ਨੇ ਕਿਵੇਂ ਲੈਣ ਜਾਂਦਾ ਸੀ ਤੇ ਉਹ she used to see ਕਿ the thread count ਕਿੰਨਾ ਹੈ ਇਹਦਾ। Higher the thread count, more the price. And you know, wonder why, because higher the thread count means that the ਓਤਪੋਤ ਨਜ਼ਰ ਨਹੀਂ ਆਉਂਦੇ, ਇੱਕ ਟਾਈਮ ਆਉਂਦਾ ਵੀ ਖਤਮ ਹੀ ਹੋ ਜਾਂਦਾ ਸਾਹਮਣੇ। ਤੇ ਮਾਤਾ ਦਾ ਤੇ ਉਸ ਸਹਿਨਸ਼ੀਲਤਾ ਦਾ, ਮਾਤਾ ਵਰਗੀ ਧਰਤੀ ਦਾ ਤੁਹਾਡਾ ਰਿਸ਼ਤਾ ਜਿਹੜਾ ਹੈ ਉਹ ਓਤਪੋਤ ਵਾਲਾ ਹਿਰਦਾ ਹੈ। ਕਦੇ ਸੋਚ ਕੇ ਦੇਖਿਆ ਕਿੰਨਾ ਵੱਡਾ ਕਰਜ਼ ਇਸ ਧਰਤੀ ਦੇ ਉੱਤੇ ਤੁਹਾਡਾ ਹੈ? ਸਭ ਕੁਝ ਇਹ ਦਿੰਦੀ ਹੈ ਥੱਲੋਂ ਤੁਹਾਨੂੰ, ਸਭ ਕੁਝ, ਪਾਣੀ ਤੋਂ ਲੈ ਕੇ ਖਾਣ ਪੀਣ ਦੀ ਹਰ ਚੀਜ਼, ਹਰ ਧਾਤੂ, ਹਰ ਦਵਾਈ, ਹਰ ਚੀਜ਼ ਇੱਥੋਂ ਥੱਲੋਂ ਮਿਲਦੀ ਹੈ ਤੁਹਾਨੂੰ। ਤੁਸੀਂ ਤੇ ਨਹੀਂ ਰੱਖੀ ਅੰਦਰ ਜਾ ਕੇ, ਤੁਸੀਂ ਤੇ ਨਹੀਂ ਪਾਇਆ ਅੰਦਰ ਜਾ ਕੇ, ਕੁਝ ਅੰਦਰ ਪਾਇਆ ਅੰਦਰ ਜਾ ਕੇ, ਤੁਸੀਂ ਤੇ ਨਹੀਂ ਕੋਈ ਚੀਜ਼ਾਂ ਕੋਈ ਫੈਕਟਰੀ ਤੋਂ ਪੈਦਾ ਕਰਕੇ ਤੇ ਨਹੀਂ ਅੰਦਰ ਕੁਝ ਪਾਇਆ ਤੁਸੀਂ। ਇਹ ਤੇ ਪ੍ਰਮਾਤਮਾ ਨੇ ਦਿੱਤੀਆਂ ਚੀਜ਼ਾਂ ਥੱਲੋਂ ਜਿਹੜੀਆਂ ਤੁਹਾਨੂੰ ਦਿੱਤੀਆਂ ਤੁਹਾਨੂੰ। ਇਹ ਓਤਪੋਤ ਦਾ ਰਿਸ਼ਤਾ ਹੈ ਜੀਵ ਦਾ ਤੇ ਧਰਤੀ ਦਾ। ਭਾਈ ਗੁਰਦਾਸ ਇਸ ਗੱਲ ਨੂੰ ਖੋਲਦੇ ਹਨ। ਧਰਤੀ ਮਾਤ ਮਹਤ ਕਰ ਓਤਪੋਤ ਸੰਜੋਗ ਬਣਾਇਆ, ਤੇ ਦਾਈ ਦਾਇਆ ਰਾਤ ਦੋਹ ਬਾਲ ਸੁਭਾਏ ਜਗਤ ਖਿਲਾਇਆ। ਤੇ ਦੋ ਦਾਈ ਦਾਇਆ, ਦੇਖ ਓਤਪੋਤ ਦਾ ਰਕਸ਼ਾ ਤੇਰਾ ਇੱਥੇ ਕ੍ਰੀਏਟ ਕੀਤਾ ਨੇ। ਪੌਣ ਗੁਰੂ ਪਾਣੀ ਪਿਤਾ ਤੈਨੂੰ ਬਣਾਇਆ ਹੈ। ਦਾਈ ਦਾਇਆ ਵਰਗੇ ਰਾਤ ਦਿਨ ਦੇ ਦਿੱਤੇ ਹਨ। ਮਾਂ ਪਿਓ ਤੈਨੂੰ ਦੇ ਦਿੱਤੇ ਹਨ, ਗੁਰੂ ਤੈਨੂੰ ਦੇ ਦਿੱਤਾ ਹੈ, ਟੀਚਰ ਤੈਨੂੰ ਦੇ ਦਿੱਤੇ ਹਨ, ਪੈਸੇ ਤੈਨੂੰ ਦੇ ਦਿੱਤੇ ਹਨ, ਅੱਖਾਂ ਤੈਨੂੰ ਦੇ ਦਿੱਤੀਆਂ ਹਨ, 2 ਅੱਖ 2 ਮੂੰਹ ਨੱਕ ਕੰਨ ਪੈਰ ਸਭ ਕੁਝ ਤੈਨੂੰ ਦੇ ਦਿੱਤਾ ਹੈ, ਕੱਪੜੇ ਪਾਉਣ ਨੂੰ ਦੇ ਦਿੱਤੇ ਹਨ। ਤੂੰ ਖੇਡਣ ਆ ਕੇ ਆਇਆ ਇੱਥੇ, ਕਰਮ ਕਾਰ ਜੋ ਕਰਨੇ ਨੇ ਤੈਨੂੰ ਦੇ ਦਿੱਤੀਆਂ ਕਿ ਸਾਰੀਆਂ ਚੀਜ਼ਾਂ। ਦਾਈ ਦਾਇਆ ਦਿਓ ਬਾਲ ਸੁਭਾਏ ਜਗਤ ਖਿਲਾਇਆ, ਗੁਰਮੁਖ ਜਨਮ ਸਕਾਰ ਥਾ ਸਾਧ ਸੰਗਤ ਵਿਸ ਆਪ ਗਵਾਇਆ। ਤੇ ਗੁਰਮੁਖ ਨੇ ਗੁਰੂ ਦੇ ਮੂੰਹ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਫਿਰ ਸਤਸੰਗਤ ਵਿੱਚ ਜਾ ਕੇ ਗੁਰਮੁਖ ਜਨਮ ਸਕਾਰ ਥਾ, ਜਨਮ ਸਕਾਰ ਲੈਂਦਾ ਆਪਣਾ, ਸਾਧ ਸੰਗਤ ਵਸ ਆਪ ਗਵਾਇਆ, ਆਪਣੇ ਆਪ ਨੂੰ ਗਵਾ ਕੇ, ਭਾਵ ਨਿਮਾਣਤਾ ਦੀ ਅਵਸਥਾ ਵਿੱਚ ਆ ਕੇ ਇਹਨਾਂ ਸਤਸੰਗੀਆਂ ਤੋਂ ਉਹ ਪ੍ਰੇਰਣਾ ਲੈ ਕੇ ਪ੍ਰਮਾਤਮਾ ਤਰਫ ਵੱਧਦਾ ਹੈ। ਤੇ ਜੰਮਣ ਮਰਨੋਂ ਬਾਹਰੋਂ ਜੀਵਨ ਮੁਕਤ ਜੁਗਤ ਵਰਤਾਇਆ। ਇਹ ਗੱਲ ਹੈ ਕ੍ਰਿਟੀਕਲ ਸਿੱਖੀ ਦੀ। ਇਹ ਜੰਮਣ ਮਰਨ ਤੋਂ ਬਾਹਰ ਜਾ ਕੇ ਜੀਵਨ ਮੁਕਤ ਹੋ ਕੇ ਪ੍ਰਮਾਤਮਾ ਸੱਚਖੰਡ ਦੀ ਅਵਸਥਾ 'ਚ ਪਹੁੰਚਦਾ, ਉਹਨੂੰ ਪ੍ਰਮਾਤਮਾ ਰਿਵੀਲ ਹੋ ਜਾਂਦਾ ਹੈ। ਪ੍ਰਮਾਤਮਾ ਆਪਣਾ ਪਰਦਾ ਉੱਤੇ ਉਠਾ ਲੈਂਦਾ ਉਹਦੇ ਤੋਂ। ਬਾਣੀ ਬੜੀ ਵਾਰੀ ਜ਼ਿਕਰ ਆਇਆ ਇਹਦਾ। ਮਲਹਾਰ ਰਾਗ ਦੀ ਵਾਰ ਵਿੱਚ ਵੀ ਜਿੱਥੇ ਆਇਆ ਕਿ ਮੈਂ ਗਿਆ ਪ੍ਰਮਾਤਮਾ ਦੇ ਘਰ, ਉਹਨੇ ਪਰਦਾ ਪਾਇਆ, ਮੇਰਾ ਬੜੀ ਇੱਜ਼ਤ ਮਾਨ ਕੀਤੀ। ਉੱਥੇ ਸਰੂਪੇ ਦੀ ਗੱਲ ਵੀ ਆਈ ਹੈ, ਸਰੂਪਾ ਵੀ ਦਿੱਤਾ ਮੈਨੂੰ ਉੱਥੇ ਉਹਨਾਂ ਨੇ। ਸੋ ਇਹ ਗੱਲਾਂ ਬਾਣੀ 'ਚ ਬੜੀ ਵਾਰੀਆਂ ਨਿਪਰੂਪ ਹੋਈਆਂ। ਬਟ ਰਿਮੈਂਬਰ ਭਾਈ ਗੁਰਦਾਸ ਇਜ਼ ਨਾਟ ਜਸਟ ਅ ਰੈਗੂਲਰ ਪਰਸਨ, ਲਾਈਕ ਮੀ ਐਂਡ ਯੂ, ਨਾਟ ਓਨਲੀ ਅ ਸਕਾਲਰ ਬਿਯਾਂਡ ਐਨੀਬਡੀਜ਼ ਇਮੈਜੀਨੇਸ਼ਨ। ਸੰਸਕ੍ਰਿਤ ਤੋਂ ਲੈ ਕੇ ਫਾਰਸੀ ਤੋਂ ਲੈ ਕੇ ਬਿਯਾਂਡ ਤੁਹਾਡੀ ਇਮੈਜੀਨੇਸ਼ਨ ਤੋਂ ਉੱਤੇ ਸਕਾਲਰ ਹਨ। ਉਹ ਤੇ ਸਕਾਲਰਲੀ ਐਟੀਟਿਊਡ ਤੇ ਛੋੜ ਦਿਓ, ਉਹ ਤੇ ਪੜ੍ਹੇ ਲਿਖੇ ਬੜੇ ਹਨ, ਗੰਭੀਰ ਸਨ ਬੜੇ, ਪਰ ਕਿੰਨੇ ਗੁਰੂਆਂ ਦੇ ਦਰਸ਼ਨ ਹੋਏ ਨੇ ਉਹਨਾਂ ਨੂੰ, ਹੈ ਨਾ। ਗੁਰੂ ਅਮਰਦਾਸ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਸੇਵਾ ਕੀਤੀ ਉਹਨਾਂ ਨੇ ਥੱਲੇ। ਫਿਰ ਉਹਨਾਂ ਦੇ ਪਵਿੱਤਰ ਹੱਥ ਅਕਾਲ ਤਖਤ ਬਣਾਉਣ 'ਚ ਵੀ ਲੱਗੇ, ਸੋ ਇਹ ਕੋਈ ਆਮ ਇਨਸਾਨ ਨਹੀਂ ਹਨ ਜਿਹੜੇ ਲਿਖਦੇ ਪਏ ਨੇ ਇੱਥੇ ਗੱਲ। ਜੰਮਣ ਮਰਨੋਂ ਬਾਹਰੋਂ, ਜੰਮਣ ਮਰਨ ਤੋਂ ਬਾਹਰ ਚਲਾ ਜਾਂਦਾ ਹੈ ਗੁਰਸਿੱਖ। ਜੀਵਨ ਮੁਕਤ ਜੁਗਤ ਵਰਤਾਇਆ, ਜੀਵਨ ਮੁਕਤ ਦੀ ਜੁਗਤੀ ਦਾ ਵਰਤ ਵਰਤਾ ਦਿੱਤਾ ਗੁਰੂ ਨਾਨਕ ਨੇ ਆ ਕੇ ਦੱਸ ਦਿੱਤਾ। ਫਿਰ ਕੋਈ ਵਿਤਕਰਾ ਨਹੀਂ ਕੀਤਾ। ਇਹ ਨਹੀਂ ਕਿਹਾ ਕਿ ਜੇ ਮੈਨੂੰ ਨਹੀਂ ਮੰਨਣਗੇ ਤਾਂ ਸਭ ਨਰਕ ਜਾਓਗੇ, ਬਾਕੀ ਸਾਰੇ ਕਾਫਰ ਹਨ ਜਿਹੜੇ ਮੈਨੂੰ ਨਾ ਮੰਨਿਆ। ਇਹ ਨਹੀਂ ਕਦੀ ਲਿਖਿਆ ਉਹਨਾਂ ਨੇ। ਇਹ ਨਹੀਂ ਕਿਹਾ ਕਦੀ ਜੇ ਮੈਨੂੰ ਨਾ ਮੰਨਿਆ ਤੇ ਸਭ ਬੇਕਾਰ ਹੈ, ਜਾਂ ਮੇਰੇ ਰਸਤੇ ਤੇ ਨਹੀਂ ਚੱਲੇ ਤੇ ਸਭ ਯੂਜ਼ਲੈਸ ਹਨ। ਇਹ ਨਹੀਂ ਕਿਹਾ ਉਹਨਾਂ ਨੇ ਕਦੀ। ਇਹ ਗੱਲ ਤੁਹਾਨੂੰ ਕਿਤੇ ਗੁਰਬਾਣੀ ਕਿਤੇ ਮਿਲੇਗੀ ਨਹੀਂ, ਇਹ ਵਾਲੀ ਗੱਲ ਕਦੀ। ਇਹ ਸਿੱਖੀ ਦਾ ਰਸਤਾ ਨਹੀਂ ਹੈ। ਜੰਮਣ ਮਰਨੋਂ ਬਾਹਰੋਂ ਜੀਵਨ ਮੁਕਤ ਜੁਗਤ ਵਰਤਾਇਆ, ਗੁਰਮਤਿ ਮਾਤਾ ਮਤ ਹੈ, ਪਿਤਾ ਸੰਤੋਖ ਮੋਖ ਪਦ ਪਾਇਆ। ਤੇ ਗੁਰਮਤਿ ਮਾਤਾ ਮਤ ਹੈ, ਤੇ ਗੁਰਮਤਿ ਦੀ ਮਾਂ ਅਸਲੀ ਤੁਹਾਡੀ ਮਾਂ ਜਿੱਥੋਂ ਤੁਹਾਨੂੰ ਸਿੱਖਿਆ ਮਿਲਦੀ ਹੈ, ਕਿਉਂਕਿ ਮਾਂ ਬੱਚੇ ਨੂੰ ਸਿੱਖਿਆ ਦੇਣ ਵਾਲੀ ਹੁੰਦੀ ਹੈ। ਪਰ ਗੁਰਮਤਿ ਵਿੱਚ ਜਿਸ ਤਰ੍ਹਾਂ ਮਾਤਾ ਦੀ ਸਿੱਖਿਆ ਬੱਚੇ ਵਾਸਤੇ ਇੰਪੋਰਟੈਂਟ ਹੈ, ਭਗਤ ਵਾਸਤੇ ਸਭ ਤੋਂ ਵੱਡੀ ਸਿੱਖਿਆ ਗੁਰਮਤਿ ਹੈ।
ਭਗਤ ਵਾਸਤੇ ਸਭ ਤੋਂ ਵੱਡੀ ਸਿੱਖਿਆ, ਉਹਨਾਂ ਦੀ ਸਭ ਤੋਂ ਵੱਡੀ ਮਾਤਾ ਉਹ ਹੈ। ਤਾਂ ਹੀ 52 ਅੱਖਰੀ ਦੀ ਅਖੀਲਸ਼ ਹੋਈ ਤੇ ਬੜੀ ਕਲੈਰਿਟੀ ਨਾਲ ਉਹਨਾਂ ਨੇ ਕਿਹਾ ਹੈ ਕਿ ਗੁਰਦੇਵ ਮਾਤਾ, ਗੁਰਦੇਵ ਪਿਤਾ, ਕਿਉਂਕਿ ਉੱਥੇ ਹੀ ਗੁਰਦੇਵ ਮਾਤਾ, ਗੁਰਦੇਵ ਪਿਤਾ ਹੈ, ਕਿਉਂਕਿ ਭਗਤਾਂ ਨੂੰ ਪਤਾ ਹੈ ਕਿ ਸਭ ਤੋਂ ਵੱਡੀ ਮਾਂ ਗੁਰੂ ਹੈ, ਸਭ ਤੋਂ ਵੱਡਾ ਗਿਆਨ ਉੱਥੋਂ ਆਣਾ ਹੈ। ਗੁਰਮਤ ਮਾਤਾ ਮਤ ਹੈ, ਪਿਤਾ ਸੰਤੋਖ, ਤੇ ਪਿਤਾ ਦੇ ਅੰਦਰ ਸੰਤੋਖ ਜਿਹੜਾ ਹੈ, ਸੰਤੋਖ ਤੁਹਾਡਾ, ਔਰ ਸੰਤੋਖ ਬਿਨਾਂ ਇੱਥੇ ਆ ਨਹੀਂ ਸਕਦੇ। ਪ੍ਰੋਬਲਮ ਇਹ ਹੈ ਕਿ ਸੰਤੋਖ ਬਿਨਾਂ ਇਹ ਕੰਮ ਹੋ ਨਹੀਂ ਸਕਦਾ ਅਨਫੋਰਚੂਨੇਟਲੀ। ਜੇ ਤੁਹਾਡੇ ਮਨ ਵਿੱਚ ਸਿਰਫ ਪੈਸੇ ਕਮਾਉਣ ਦੇ ਧੰਦੇ 'ਚ ਉਹ ਹੈ, ਜਾਂ ਕੋਈ ਤੁਹਾਨੂੰ ਪੋਲੀਟੀਕਲ ਤੁਹਾਡੀਆਂ ਐਂਬੀਸ਼ਨਸ ਬਹੁਤ ਜ਼ਿਆਦਾ ਹਨ, ਤੁਸੀਂ ਪ੍ਰਮਾਤਮਾ ਵਾਲੇ ਪਾਸੇ ਨਹੀਂ ਆ ਸਕਦੇ। ਮੇਰਾ ਆਪਣਾ ਮਨ ਕਈ ਵਾਰੀ ਡੋਲ ਜਾਂਦਾ ਹੈ, ਹੁਣ ਨਹੀਂ ਹੁੰਦਾ, ਹੁਣ ਟੈਕਸਿਸ ਨਹੀਂ ਚੱਲਦਾ ਪਿਆ, ਸੰਡੇ ਬੜਾ ਕੰਮ ਪਿਆ, ਘਰ ਜਾ ਕੇ ਡੀਲ ਕਰਾਂਗੇ ਕਿਸੇ ਵੀ ਤਰੀਕੇ ਨਾਲ। ਜਦੋਂ ਕਲਾਸਾਂ ਪਹਿਲੇ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਸਨ, ਅੱਜ ਤੋਂ 25 ਸਾਲ ਪਹਿਲੇ, ਮੈਨੂੰ ਯਾਦ ਹੈ ਲੈਂਕਰਸ਼ਾਇਰ, ਤੇ ਮੇਰੇ ਮਨ 'ਚ ਖਿਆਲ ਆਇਆ ਸੀ ਇਹ ਵਾਲਾ ਕਿ ਜੇ ਸੰਡੇ ਪੜ੍ਹਾਉਣ ਚਲਾ ਗਿਆ ਤਾਂ ਮੈਂ ਕੁਇਕਲੀ ਕਾਊਂਟ ਕੀਤਾ ਕਿ X amount times X hours I make, I lose out on this much income, you know। ਮੇਰੇ ਮਨ 'ਚ ਖਿਆਲ ਆਇਆ ਇਹ ਵਾਲਾ ਵੀ, ਉਹ ਝੂਠ ਕਿਉਂ ਬੋਲਾ, ਨਹੀਂ ਆਇਆ, ਆਂਦਾ ਹੈ। ਹੁਣ ਸੰਤੋਖ ਹੈ ਜ਼ਿਆਦਾ ਉਸ ਵੇਲੇ ਤੋਂ ਜ਼ਿਆਦਾ, ਹੁਣ ਮੈਨੂੰ ਭਰੋਸਾ ਹੈ ਜ਼ਿਆਦਾ। ਉਸ ਵੇਲੇ ਸੀ ਕਿ ਨਾ ਗਿਆ ਤੇ ਕਿੰਨਾ ਯਾਰ ਬੜਾ ਨੁਕਸਾਨ ਹੋਏਗਾ ਇਨਕਮ ਦਾ, ਬੜਾ ਕੁਝ ਹੋਏਗਾ। ਤੇ ਸੰਤੋਖ ਬਿਨਾਂ ਇਸ ਪਾਸੇ ਚੱਲਿਆ ਨਹੀਂ ਜਾ ਸਕਦਾ, ਉਹ ਵੀ ਪ੍ਰਮਾਤਮਾ ਦੇਣ ਵਾਲਾ ਹੈ ਸੰਤੋਖ। ਧੀਰਜ ਧਰਮ ਭਰਾਵ ਦੋਏ, ਤੇ ਧੀਰਜ ਤੇ ਧਰਮ, ਰਾਈਟੀਅਸਨੈਸ ਔਰ ਪੇਸ਼ੈਂਸ। ਔਰ ਇਹ ਪੇਸ਼ੈਂਸ, ਇਹ ਵਾਲੀ ਪੇਸ਼ੈਂਸ ਕੋਈ ਡਿਫਰੈਂਟ ਸੋ ਧੀਰਜ ਇਜ਼ ਨਾਟ ਲਾਈਕ ਪੇਸ਼ੈਂਸ, ਇਹ ਪੇਸ਼ੈਂਸ ਪ੍ਰਮਾਤਮਾ ਮਿਲਣ ਦੀ ਪੇਸ਼ੈਂਸ ਜਿਹੜੀ ਹੈ ਅੰਦਰ ਨੂੰ, ਉਹ ਗਵਾਣੀ ਨਹੀਂ ਕਿਸੇ ਨੇ। ਧੀਰਜ ਜਿਹੜਾ ਅੰਦਰ ਧੀਰਜ ਨਾਲ ਜੀਵਨ ਜਿਹੜਾ ਬਤੀਤ ਕਰਨਾ। ਧੀਰਜ ਧਰਮ ਭਰਾਵ, ਭਰਾਵ ਮਨੇ ਭਰਾ, ਬ੍ਰਦਰਸ, ਭਰਾਵ ਦੋਏ, ਜਪ ਤਪ ਜਤ ਸਤ ਪੁੱਤ ਜਣਾਇਆ। 5 ਨਾਂ ਦਿੱਤੇ ਨੇ ਭਾਈ ਗੁਰਦਾਸ ਨੇ ਇੱਥੇ, ਤੇ ਪੁੱਤ ਕਹਿੰਦੇ ਨੇ 5 ਪੁੱਤਰ ਉਹਨਾਂ ਦੇ ਹੋਏ, ਇਹ ਭਰਾ ਤੇ ਇਹ 5 ਪੁੱਤਰ ਹੋਏ। ਜਪ ਤਪ, ਜਪ ਤੇ ਤਪ, ਐਬਿਲਿਟੀ ਟੂ ਫੋਕਸ, ability to meditate and focus, ability to think, ability to shut down the rest of your system and focus on one thing, ਉਹ ਜਪ ਤਪ ਹੈ। ਇਹ ਬੜਾ ਮੁਸ਼ਕਿਲ ਹੈ ਕਰਨਾ, ਈਜ਼ੀ ਨਹੀਂ ਹੈ। ਆਪਣੇ ਆਪ ਨੂੰ ਸ਼ਟ ਡਾਊਨ ਕਰਨਾ ਇੰਨਾ ਈਜ਼ੀ ਨਹੀਂ ਹੈ। ਅੰਮ੍ਰਿਤ ਵੇਲਾ ਦੇ ਸੇ ਇਜ਼ ਦ ਬੈਸਟ ਟਾਈਮ ਟੂ ਡੂ ਇਟ, ਦੈਟਸ ਵਾਈ ਰეკਮੈਂਡਡ ਟਾਈਮ ਸਵੇਰ ਦਾ ਹੈ। ਕਿਉਂ? ਪ੍ਰੋਬੇਬਿਲਿਟੀ ਜ਼ਿਆਦਾ ਉੱਥੇ, ਗਾਰੰਟੀ ਫਿਰ ਵੀ ਨਹੀਂ ਹੈ। ਤੁਹਾਡੇ ਚਾਂਸਸ ਵੱਧ ਜਾਣਗੇ ਤੁਹਾਡੇ ਸਵੇਰੇ, ਕਿਉਂਕਿ ਉਸ ਵੇਲੇ ਇੱਕ ਅਲੱਗ ਮਾਹੌਲ ਹੁੰਦਾ ਹੈ ਸਵੇਰ ਦਾ, ਸ਼ਾਂਤੀ ਵਾਲਾ। ਇਸ ਵਾਸਤੇ ਤੁਹਾਡੀ ਐਬਿਲਿਟੀ ਟੂ ਫੋਕਸ ਵੱਧ ਜਾਂਦੀ ਹੈ ਉੱਥੇ। ਜਪ ਤਪ, ਜਪ ਤਪ ਜਤ, ਐਬਿਲਿਟੀ ਟੂ ਰਿਸਟ੍ਰੇਨ, ability to restrain from speaking lies, ability to restrain from bad mouthing others, ability to restrain from having your eyes on somebody else's wealth, ability to restrain on cheating on your own taxes, ਉਹ ਜਤ ਹੈ, ਰਿਸਟ੍ਰੇਨ ਹੈ। ਰਿਸਟ੍ਰੇਨ ਦੀ ਪਾਵਰ ਅੰਦਰ ਹੋਣੀ। ਪੰਜ ਪੁੱਤਰ ਗਏ, ਜਪ ਤਪ ਜਤ ਤੇ ਸਤ। ਸਤ ਮਨੇ ability to lead a honest living, ਉਹ ਸਤ ਹੈ, ability to lead that। ਇਹ ਉਹਦੇ ਇਹ ਪੁੱਤ ਗਣਾਏ ਨੇ। Let me read the line again। ਧੀਰਜ ਧਰਮ ਭਰਾਵ ਦੋਏ, ਜਪ ਤਪ ਜਤ ਸਤ ਪੁੱਤ ਜਣਾਇਆ। 4 ਪੁੱਤਰਾਂ ਦੇ ਨਾਂ ਆਏ ਹਨ, ਜਪ ਤਪ ਤੇ ਜਤ ਤੇ ਸਤ। ਇਹ 4 ਪੁੱਤਰ ਤੇ ਇਹ 2 ਭਰਾ ਉਹਦੇ। ਤੇ ਅੱਗੇ ਫਿਰ ਕਹਿੰਦੇ ਨੇ ਦੇਖੋ, ਕਿਉਂਕਿ ਸਾਰੀ ਵਾਰ ਸਮਰਪਿਤ ਹੈ ਜਪਜੀ ਵਾਸਤੇ ਤੇ ਗੁਰੂ ਨਾਨਕ ਦੇਵ ਜੀ ਵਾਸਤੇ, ਤੇ ਗੁਰੂ ਨਾਨਕ ਦੀ ਸਿਫਤ ਕਰਦੇ ਹਨ ਇੱਥੇ ਕਿ ਤੇਰੇ ਵਰਗਾ ਨਾਨਕ ਹੋਰ ਕੌਣ ਹੋ ਸਕਦਾ ਹੈ ਇਸ ਦੁਨੀਆ 'ਚ, ਜਿਤਨੇ ਇਹ ਦੁਨੀਆ 'ਚ ਕਰਕੇ ਦਿਖਾ ਦਿੱਤਾ। ਗੁਰ ਚੇਲਾ ਚੇਲਾ ਗੁਰ ਪੁਰਖੋਂ, ਪੁਰਖ ਚਲਤ ਵਰਤਾਇਆ। ਪੁਰਖ ਦੇ ਵਿੱਚੋਂ ਪੁਰਖ ਕੱਢ ਕੇ ਤੂੰ ਚੇਲੇ ਤੋਂ ਗੁਰੂ ਤੇ ਗੁਰੂ ਤੋਂ ਚੇਲਾ ਬਣਾ ਦਿੱਤਾ ਹੈ। ਨਾਨਕ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੋਰ? ਤੂੰ ਪੁਰਖੋਂ ਪੁਰਖ ਕਰ ਦਿੱਤਾ। ਤੂੰ ਆਮ ਬੰਦੇ ਨੂੰ ਤੂੰ ਤੇਰੇ ਵਰਗਾ ਤੂੰ ਬਣਾ ਕੇ ਤੂੰ ਉਸ ਨੂੰ ਮੱਥਾ ਟੇਕ ਦਿੱਤਾ। ਦੇਖ ਕੇ ਦੁਨੀਆ ਸਾਹਮਣੇ ਇਤਨੀ ਵੱਡੀ ਮਿਸਾਲ ਹੋਰ ਕੌਣ ਦੇ ਸਕਦਾ ਹੋਰ? who else has the ability to do that? Let me read the line again। ਗੁਰ ਚੇਲਾ ਚੇਲਾ ਗੁਰੂ, ਕਦੀ ਗੁਰੂ ਚੇਲਾ ਬਣਦਾ ਹੈ, ਕਦੀ ਗੁਰੂ ਤੋਂ ਚੇਲਾ ਬਣਦਾ ਹੈ, ਤੇ ਕਦੀ ਚੇਲੇ ਤੋਂ ਗੁਰੂ ਬਣਦਾ ਹੈ। ਇਹ ਇਸ ਘਰ ਦੀ ਸਿਫਤ ਹੈ। ਪੁਰਖੋ ਪੁਰਖ ਚਲਤ ਵਰਤਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ। ਤੇ ਇਹੋ ਜਿਹੇ ਗੁਰਮੁਖ ਫਿਰ ਉਹ ਸਾਰੇ ਸੁੱਖਾਂ ਦੇ ਤੇ ਸਾਰੇ ਉਹਨਾਂ ਨੂੰ ਸਾਰੇ ਫਲ ਤੇ ਉਸ ਅਲਖ ਪ੍ਰਮਾਤਮਾ ਦੀ ਪ੍ਰਾਪਤੀ ਸੱਚਖੰਡ ਰੂਪ ਵਿੱਚ ਹੁੰਦੀ ਹੈ। ਇਹ ਇਸ ਵਾਰ ਦੀ ਵਿਆਖਿਆ ਹੈ, ਇਸ ਵਾਰ ਦੀ ਐਕਸਪਲੇਨੇਸ਼ਨ ਹੈ।
ਜਿਹੜੀ ਭਾਈ ਗੁਰਦਾਸ ਨੇ ਇਸ ਇੰਪੋਰਟੈਂਟ ਸ਼ਲੋਕ ਦੀ ਵਿਆਖਿਆ ਕੀਤੀ ਹੈ ਇਹਦੇ ਵਿੱਚ what a great job. And you know what, even today 99% of the translation that you find in, doesn't matter who you follow, whether you follow Sampradai, whether you follow Udasis, you follow Nirmalas, you follow ਸਿੰਘ ਸਭਾਈ, ਜਿੰਨੀ ਮਰਜ਼ੀ ਗੁਰਬਾਣੀ ਦੇ ਡਿਫਰੈਂਟ ਸਕੂਲ ਆਫ ਥਾਟਸ ਹੋਏ ਹਨ ਜਿਹੜੇ ਫੋਲੋ ਕਰਨ ਵਾਲੇ, ਜਿਹੜੇ ਮਰਜ਼ੀ ਹੋਵਣ ਸਕੂਲ ਆਫ ਥਾਟ ਦੋ, ਹੁਣ ਵੀ ਪੌਣ ਗੁਰੂ ਪਾਣੀ ਪਿਤਾ ਦੀ ਟਰਾਂਸਲੇਸ਼ਨ ਇਸੀ ਵਾਰ ਤੇ ਆਧਾਰਿਤ, ਇਸੀ ਵਾਰ ਦੇ ਵਿੱਚੋਂ ਆਧਾਰਿਤ ਲੈ ਕੇ ਅੱਗੇ ਵਿਆਖਿਆ ਹੁੰਦੀ ਹੈ। ਐਂਡ ਵੀ ਕੈਨੋਟ ਥੈਂਕ, ਦੈਟਸ ਵਾਈ ਪਾਣੀ ਦੀ ਕੁੰਜੀ ਕਿਹਾ ਹੈ ਇਸ ਨੂੰ, ਗੁਰਬਾਣੀ ਦੀ ਕੁੰਜੀ ਕਿਹਾ ਹੈ ਇਹਨੂੰ ਕਿ ਜਿਹੜਾ ਤੁਹਾਡੀ ਬਾਣੀ ਨੂੰ ਨਹੀਂ ਪੜ੍ਹੇਗਾ ਗੁਰਬਾਣੀ ਸਮਝ ਨਹੀਂ ਆ ਸਕਦੀ। ਇਹ ਵਾਰ ਹੈ ਉਹਨਾਂ ਦੀ ਬਾਣੀ ਨੂੰ, ਉਹਨਾਂ ਦੀ ਵਾਰਾਂ ਨੂੰ, ਤੇ ਉਹਨਾਂ ਦੇ ਜਿਹੜੇ ਲਿਖੇ ਹੋਏ ਜਿਹੜੇ ਦੇ ਕਪਲੇਟਸ ਜਿਹੜੀਆਂ ਹਨ, ਭੁੱਲ ਕਿਹੜੀਆਂ ਹਨ ਜਿਹੜੀਆਂ ਜਿਹੜੀਆਂ ਬ੍ਰਜ ਵਿੱਚ ਲਿਖੀਆਂ ਹੋਈਆਂ ਜਿਹੜੀਆਂ ਸੋ I don't know. Any questions on this important ਵਾਰ though? ਆਸਾ ਦੀ ਵਾਰ ਦੇ ਵਿੱਚ ਉਹਨਾਂ ਨੇ ਟਰਾਂਸਲੇਸ਼ਨ ਉਹਦੇ ਜਿਹੜੀ ਨੰਬਰ 13 ਵਾਲੀ ਦੀ ਕੀਤੀ ਹੋਈ ਹੈ। ਇਫ ਯੂ ਹੈਵ ਟਾਈਮ ਯੂ ਸ਼ੁਡ ਰੀਡ ਦੈਟ ਵਨ ਆਲਸੋ। ਜਦੋਂ ਨਾਨਕ ਮੇਰ ਸਰੀਰ ਕਾ ਇੱਕ ਰਥਵਾਓ ਦੀ, I think that is probably one of the most difficult pieces of ਗੁਰਬਾਣੀ। ਸਮਝਣੀ ਵੀ ਹੋ ਸੀ, ਦੂਸਰਾ ਨੂੰ ਸਮਝਾਉਣੀ ਤੇ ਬਹੁਤ ਹੀ ਮੁਸ਼ਕਿਲ ਹੈ। You need to have at a higher level ਤੋਂ ਸੋਚਣ ਦੀ ਸ਼ਕਤੀ and everything. Any questions so far though? Otherwise this is end. This is the end today. 11:30 भी हो गए सच, 11:15 घंटा भी हो गया बोल दिया। Any questions or anything you want me to repeat or anything that's not clear? ਤੇ ਇਹ ਹੁਣ ਬਸ ਇਸ਼ੂ ਇਹ ਹੈ ਕਿ ਤੁਹਾਡੇ ਜੀਵਨ ਵਿੱਚ ਇਹ ਪਿਆਸ ਬੰਦੇ ਨੂੰ ਲੱਗ ਜਾਏ ਕਿਸੇ ਵੀ ਤਰੀਕੇ ਨਾਲ, ਜਿਹੜੇ ਇੱਥੋਂ ਪ੍ਰੇਰਦੇ ਹੋਏ ਆ ਕੇ ਅਰਦਾਸ ਤੇ ਸ਼ੁਕਰ ਵਿੱਚ ਆ ਕੇ ਸ਼ਰਨਾਗਤ ਹੋ ਕੇ ਮਿਲੇ। ਤੇ ਜੇ ਨਹੀਂ ਹੈ ਤਾਂ ਵੀ ਠੀਕ ਹੈ, ਫਿਰ ਤੁਸੀਂ ਭੁਗਤੋਗੇ ਜੋ ਵੀ ਭੁਗਤਣਾ। ਫਿਰ ਸੁਖਮਨੀ ਦੇ ਸੈਕੰਡ ਅਸ਼ਟਪਦੀ ਵਿੱਚ ਡਿਸਕ੍ਰਿਪਸ਼ਨ ਬੜੀਆਂ ਵਿਵਿਡ ਡਿਸਕ੍ਰਿਪਸ਼ਨ ਆਈ ਹੈ ਉਹਦੀ ਪਹਿਲੇ ਪੋਰਸ਼ਨ ਵਿੱਚ। ਫਿਰ ਜੇ ਮਾਰ ਕੇ ਗਨੇ ਜਾਏ ਨਾ ਤੋਸਾ, ਤੇ ਫਿਰ ਉਹ ਹੋਣਾ ਫਿਰ ਅੱਗੇ ਹਰ ਕਾ ਨਾਮ ਮੂੰਹਾਂ ਸੰਗ ਤੋਸਾ, ਤੇ ਫਿਰ ਉੱਥੇ ਅੰਧ ਗੁਬਾਰ ਵੀ ਹੈ, ਉੱਥੇ ਬੜਾ ਐਂਡ ਤੇ ਸਭ ਦਾ ਹੈ ਸੋ ਉੱਥੇ ਜਿਹੜਾ ਸ਼ਰਨਾਗਤ ਆਉਂਦਾ ਹੈ ਉਹਦੀ ਗੱਲ ਹੈ ਬੜੀ ਸਤਸੰਗਤ ਵਿੱਚ। ਬਟ ਇਹ ਕਨਸੈਪਟ ਕੋਈ ਫੋਰਨ ਕਨਸੈਪਟ ਨਹੀਂ ਹੈ ਇੰਡੀਆ ਵਿੱਚ। ਮੈਂ ਦੱਸ ਦਿਆਂ, ਇਹ ਸਾਡਾ ਕਨਸੈਪਟ ਨਹੀਂ ਹੈ। ਸਨਾਤਨੀ ਹਿੰਦੂ ਧਰਮ ਵਿੱਚ ਵੀ ਪੁਰਾਤਨ ਗ੍ਰੰਥ ਵਿੱਚ ਦੇਖੋਗੇ, ਉਹਨਾਂ ਦੇ ਪੁਰਾਣਿਕ ਧਰਮਾਂ ਵਿੱਚ ਵੀ ਸਤਸੰਗਤ ਦੀ ਬੜੀ ਕਿਰਪਾ ਬਹੁਤ ਇੰਪੋਰਟੈਂਟ। ਫਰਕ ਇਹ ਹੈ ਇੱਥੇ, the difference between us and the original ਸਨਾਤਨੀ ਤੇ ਉਹਨਾਂ original ਸਨਾਤਨੀ ਧਰਮ ਵਿੱਚ ਸਤਸੰਗਤ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੀ ਘਰ-ਬਾਰ ਛੋੜ ਕੇ ਆਪਣਾ ਤਿਆਗ ਤੁਗ ਕੇ ਸਭ ਚਲੇ ਜਾਂਦੇ ਨੇ। ਤੇ ਸਾਡੇ 'ਚ ਹੈ ਕਿ you have to somehow adjust to what's going on around you, face those problems around you, live with those problems around you, somehow deal with those problems. Don't run away from the issues. You cannot run away from your mom and dad ਕਿ ਸੰਨਿਆਸ ਲੈ ਕੇ, ਉੱਥੇ ਫਰਕ ਹੈ। ਲੇਕਿਨ ਸਤਸੰਗਤ ਦਾ ਕਨਸੈਪਟ ਦੋਨੋਂ ਜਗ੍ਹਾ ਸੇਮ ਹੈ। ਪਰ ਇੱਥੇ ਅਨਫੋਰਚੂਨੇਟਲੀ ਇੱਥੇ ਐਕਸੈਪਟੈਂਸ ਹੈ, ਇੱਥੇ ਰਨਿੰਗ ਨਹੀਂ ਹੈ ਕਿਧਰੇ। ਬਸ ਇਹ ਫਰਕ ਹੈ ਦੋਨਾਂ 'ਚ ਬਹੁਤ ਵੱਡਾ। ਉੱਥੇ ਰਨਿੰਗ ਹੈ, ਉੱਥੇ ਜਾਓ ਤੇ ਚਲੇ ਜਾਓ ਤੇ ਦੂਸਰੇ ਜਾਣ ਟੱਠੇ ਖੂਹ, ਦੂਸਰੇ ਜਾਣ ਜਿੱਥੇ ਮਰਜ਼ੀ ਖਮਣ ਜਾ ਕੇ ਮਰਨ, ਸਾਨੂੰ ਕੋਈ ਮਰਜ਼ੀ ਨਹੀਂ, ਅਸੀਂ ਆਪਣਾ ਚੱਲੇ ਹਾਂ ਪਰਮਾਤਮਾ ਪ੍ਰਾਪਤੀ ਕਰਨ। ਇੱਥੇ ਨਹੀਂ ਹੈ। ਇੱਥੇ ਹੈ ਕਿ ਤੁਸੀਂ ਉਹ ਡੀਲ ਕਰੋ ਨਾ ਪ੍ਰੋਬਲਮ ਨਾਲ, ਯੂ ਫਿਗਰ ਇਟ ਆਊਟ ਹਾਊ ਟੂ ਡੀਲ ਵਿਦ ਇਟ। If you have a difficult person in your life, maybe a husband, wife, in-laws, whoever it is, boss, I don't care who that person is, you somehow find a way to adjust. You somehow find a way to deal with it and focus on this and make money and come to the Gurdwara and do the other seva. Everything you have to do. And I feel there is a reason behind, ਕਿਉਂਕਿ ਜਦੋਂ ਦੂਸਰਿਆਂ ਦੀ ਬੰਦਾ ਮਦਦ ਕਰਦਾ ਹੈ, ਸੇਵਾ ਜਦੋਂ ਕਰਦਾ ਹੈ, ਉੱਥੇ ਪ੍ਰਮਾਤਮਾ ਫਿਰ ਸਹਾਇਕ ਹੋ ਜਾਂਦਾ। ਉੱਥੇ ਪਰਮਾਤਮਾ ਆਪ ਮਦਦ ਕਰਦਾ ਉਹਦੀ, ਸਹਾਇਕ ਬਣ ਕੇ ਉਹਦੀ। ਇੱਥੇ ਫਰਕ ਇਹ ਹੈ। ਤੇ ਅਰਦਾਸ ਕਿਰਪਾ ਵੀ ਕੋਈ ਨਵਾਂ ਕਨਸੈਪਟ ਨਹੀਂ ਹੈ, ਉਹ ਵੀ ਹਿੰਦੂ ਧਰਮ ਵਿੱਚ ਸਾਰੇ ਧਰਮਾਂ ਵਿੱਚ ਹੈ। ਗ੍ਰੇਸ ਦੀ ਬੜੀ ਵੱਡੀ ਇੰਪੋਰਟੈਂਸ ਹੈ, ਹਰ ਜਗ੍ਹਾ ਹੈ, ਪਰ ਸਾਡੇ ਵਿੱਚ ਬਹੁਤ ਜ਼ਿਆਦਾ ਹੈ। ਸਾਡੇ ਵਿੱਚ ਇਹ ਬਹੁਤ ਵੱਡਾ ਕ੍ਰਿਟੀਕਲ ਪਾਰਟ ਕਰਦੀ ਹੈ। ਅਸੀਂ ਸਮਝਦੇ ਹਾਂ ਕਿ
ਇੱਥੇ ਤੱਕ ਪਹੁੰਚ ਨਹੀਂ ਸਕਦੇ ਜਦ ਤੱਕ ਉਹ ਚਾਹੇ ਨਾ, ਤੇ ਉਹ ਚਾਹੇਗਾ ਤਾਂ ਜੋ ਉਹਦੇ ਨਜ਼ਰਾਂ ਵਿੱਚ ਉਂਝ ਹੋਏ ਬੰਦਾ। ਹਾਂਜੀ, ਐਨੀਬਡੀ ਐਲਸ though? ਹੁਣ ਜਪਜੀ ਨੂੰ ਸਮਰਾਈਜ਼ ਤੇ ਕਰਨਾ ਸੀ ਨਾ ਮੈਂ ਕਿਸੇ ਵੀ ਤਰੀਕੇ ਨਾਲ। ਵਟ ਐਲਸ ਆਈ ਵਾਸ ਥਿੰਕਿੰਗ ਸਿੰਸ ਮਾਰਨਿੰਗ, ਸਿੰਸ ਯੈਸਟਰਡੇ 2 days ਮੈਂ ਕਿਨ ਸਮਰਾਈਜ਼ ਕਰਾਂਗੇ ਨਾ। ਬਾਕੀ ਸਾਰਾ ਜਪਜੀ ਦਾ ਕਨਸੈਪਟ ਇਹਨਾਂ ਦੁਆਲੇ ਘੁੰਮਦਾ ਪਿਆ ਸਾਰਾ, ਬਾਰ-ਬਾਰ ਦੂਸਰੀਆਂ ਐਗਜ਼ਾਮਪਲ ਦੇ ਕੇ ਤੁਹਾਨੂੰ ਪ੍ਰੇਰਦੇ ਹਨ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। I have no idea what I'm going to talk about next week, but next week we'll figure it out. ਕੀ ਕਰਨਾ ਹੈ। Anybody questions or anybody from the class or Jasmine from the Zoom group though? Let me know if anybody has his hands up. Otherwise, I'm going to end right now. No questions. Okay. ठीक है जी. Have a great rest of the week, ji. And enjoy the rain. And Vaheguru Ji Ka Khalsa, Vaheguru Ji Ki Fateh.